ਇੱਕ ਗੱਲ ਤਾਂ ਅਸੀਂ ਰਾਜੇਵਾਲ ਸਾਹਿਬ ਨੂੰ ਤੇ ਬੜੀ ਵਾਰ ਅਸੀਂ ਕਿਹਾ ਸੀ ਕਿ ਇੱਕ ਵਾਰੀ ਕੱਚਾ ਖਰੜਾ ਤਿਆਰ ਕਰ ਲਓ ਅਲੱਗ ਬੈਠ ਕੇ, ਔਰ ਕੱਚਾ ਖਰੜਾ ਤਿਆਰ ਕਰਕੇ ਉਹਦੇ ਵਿੱਚ ਇੱਕ ਮਤ ਹੋ ਕੇ ਤੇ ਫਿਰ ਤੁਸੀਂ ਮੀਟਿੰਗ ਰੱਖੋ ਤਾਂ ਕਿ ਮੀਟਿੰਗ ਕਾਮਯਾਬ ਹੋ ਜੇ। ਸਰਕਾਰ ਦੇ ਵਿੱਚ ਕੋਈ ਰਾਜ ਤਿਲਕ ਨਹੀਂ ਹੁੰਦਾ, ਸਰਕਾਰ ਦੇ ਵੋਟਾਂ ਨਾਲ ਬਣਦੀ ਹੈ ਤੇ ਵੋਟ ਕਿਹਦੀ ਹੈ? ਵੋਟ ਕਿਸਾਨਾਂ ਦੀ ਹੈ। ਜੇ ਅਗਰ ਕਿਸਾਨ ਖੁਸ਼ ਨਹੀਂ ਹੋਣਗੇ ਤਾਂ ਸਾਨੂੰ ਕੁਰਸੀਆਂ ਤੇ ਕਿਹਨੇ ਬਿਠਾਣਾ ਹੈ? ਸਾਡੀ 300 ਤੋਂ ਉੱਪਰ ਜਥੇਬੰਦੀ ਹੈਗੀ ਆ, 300 ਜਥੇਬੰਦੀਆਂ 5 ਬੰਦੇ ਰਾਈਟ ਨਹੀਂ ਦੇਣੀਆਂ। ਅਸੀਂ ਬਕਾਇਦਾ ਸਿਲੈਕਟ ਕਰਕੇ ਕਮੇਟੀ ਛੋਟੀ ਬਣਾਵਾਂਗੇ। ਇਹ ਤੁਹਾਡਾ ਵਾਅਦਾ ਰਿਹਾ, ਕਮੇਟੀ ਛੋਟੀ ਬਣਾਉਣ ਦੀ ਸਾਡੀ ਪ੍ਰਪੋਜ਼ਲ ਤਕਰੀਬਨ ਫਾਈਨਲ ਆ। ਜਿਹੜਾ ਤੁਹਾਡਾ ਐਲਾਨ ਵੀ ਲਾ ਦਾਂਗੇ, ਪਰਮਾਨੈਂਟ ਛੋਟੀ ਕਮੇਟੀ ਜਿਹੜੀ ਸਿਗਨੇਚਰ ਹੀ ਹੋਊਗੀ, ਜਿਹਦਾ 300 ਜਥੇਬੰਦੀਆਂ ਫੈਸਲਾ ਮੰਨਣਗੀਆਂ, ਉਸ ਵਾਲੇ ਪਾਸੇ ਨੂੰ ਵੀ ਗੱਲ ਚੱਲ ਰਹੀ ਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿ ਰਹੇ ਆ ਕਿ ਮੇਰੀ ਤੇ ਕਿਸਾਨਾਂ ਦੇ ਵਿੱਚ ਇੱਕ ਫੋਨ ਕਾਲ ਦੀ ਦੂਰੀ ਆ। ਉਹ ਹਾਲਤ ਇੱਕ ਫੋਨ ਕਾਲ ਦੀ ਦੂਰੀ ਸੀ ਜਿਹੜੀ ਉਹ ਇੱਕ ਮਤਲਬ ਸੀਨੀਅਰ ਕੁਰਸੀ ਤੇ ਬੈਠਾ ਹੋਇਆ ਬੰਦਾ ਇਹ ਕਹਿ ਰਿਹਾ ਵੀ ਫੋਨ ਕਾਲ ਦੀ ਦੂਰੀ ਆ, ਤੇ ਉਹ ਫੋਨ ਕਾਲ ਦੀ ਦੂਰੀ ਸਮਾਪਤ ਕਿਉਂ ਨਹੀਂ ਹੋਈ? ਗੱਲ ਸੁਣੋ, ਜੇ ਤੁਸੀਂ ਦੇਸ਼ ਦੇ ਕਿਸਾਨ ਨੂੰ ਅੰਨਦਾਤਾ ਸਮਝਦੇ ਹੁੰਦੇ ਨਾ, 700 ਜਾਨ ਚਲੀ ਗਈ, 700 ਜਾਨ, ਤੇ ਤੁਹਾਡਾ ਖੇਤੀਬਾੜੀ ਮੰਤਰੀ ਤੋਮਰ ਇਹ ਗੱਲ ਕਹਿੰਦਾ ਕਿ ਸਾਡੇ ਕੋਲ ਤਾਂ ਕੋਈ ਲਿਸਟ ਨਹੀਂ ਜੀ। ਬੜੀ ਬੇਸ਼ਰਮੀ ਦੇ ਨਾਲ ਜਿਹੜਾ ਇਹ ਜਿਹਾ ਬਿਆਨ ਦਿੰਦੇ ਆ। ਨਜ਼ਰੀਏ ਦੀ ਟਵੀਟ ਜਗਤਾਰ ਸਿੰਘ ਸਿੱਧੂ ਨੂੰ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਮੁਜ਼ੱਫਰਨਗਰ ਸੰਘਰਸ਼ਕਾਰੀਆਂ ਕਿਸਾਨ ਜਥੇਬੰਦੀਆਂ ਵੱਲੋਂ ਕਿਸਾਨ ਮਹਾਪੰਚਾਇਤ ਕਰਕੇ ਜਿਹੜਾ ਸੱਦਾ ਦਿੱਤਾ ਗਿਆ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਹੋਣ ਤੱਕ ਅੰਦੋਲਨ ਜਾਰੀ ਰਹੇਗਾ। ਤਕਰੀਬਨ ਦੇਸ਼ ਦੇ 15 ਰਾਜਾਂ ਦੀਆਂ 300 ਤੋਂ ਵਧੇਰੇ ਕਿਸਾਨ ਜਥੇਬੰਦੀਆਂ ਨੇ, ਉਹਨਾਂ ਦੇ ਨੁਮਾਇੰਦਿਆਂ ਨੇ, ਉਹਨਾਂ ਨੂੰ ਚਾਹੁਣ ਵਾਲਿਆਂ ਨੇ ਇਸ ਮਹਾਪੰਚਾਇਤ 'ਚ ਸ਼ਮੂਲੀਅਤ ਕੀਤੀ ਹੈ। ਤੇ ਕਿਸਾਨ ਆਗੂਆਂ ਨੇ ਸੱਦਾ ਦਿੱਤਾ ਇਸ ਗੱਲ ਦਾ ਕਿ ਜੇ ਖੇਤੀ ਕਾਨੂੰਨ ਰੱਦ ਨਹੀਂ ਹੋਣਗੇ ਤਾਂ ਮੋਦੀ ਅਤੇ ਯੋਗੀ ਨੂੰ ਵੋਟ ਦੀ ਚੋਟ ਦਿੱਤੀ ਜਾਏਗੀ। ਦੂਜੇ ਪਾਸੇ ਭਾਜਪਾ ਦਾ ਕਹਿਣਾ ਹੈ ਕਿ ਕਿਸਾਨ ਜਥੇਬੰਦੀਆਂ ਨਹੀਂ, ਸਗੋਂ ਇਹ ਰਾਜਸੀ ਸਟੰਟ ਹੈ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਕਿਸਾਨਾਂ ਲਈ ਪਹਿਲਾਂ ਹੀ ਬਹੁਤ ਕੁਝ ਕਰ ਰਹੇ ਆ। ਖੈਰ, ਦਾਅਵੇ ਆਪੋ ਆਪਣੇ। ਇਹਨਾਂ ਮੁੱਦਿਆਂ ਦੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਖਾਸ ਮਹਿਮਾਨ ਇਸ ਵੇਲੇ ਜੁੜੇ ਹੋਏ ਹੈ, ਉਹਨਾਂ ਸੁਰਜੀਤ ਕੁਮਾਰ ਜਾਨੀ ਜੀ ਨੇ। ਜਾਨੀ ਜੀ ਭਾਜਪਾ ਦੇ ਬੁਲਾਰੇ ਹੈ ਤੇ ਪੰਜਾਬ ਦੇ ਸੀਨੀਅਰ ਭਾਜਪਾ ਦੇ ਨੇਤਾ ਨੇ, ਜਾਣੀ ਪਛਾਣੀ ਇੱਕ ਹਸਤੀ ਹੈ। ਇਸੇ ਤਰ੍ਹਾਂ ਜਗਮੋਹਨ ਉੱਪਲ ਜੀ, ਸਤਿ ਸ਼੍ਰੀ ਅਕਾਲ ਜੀ। ਜਗਮੋਹਨ ਉੱਪਲ ਜੀ ਸੰਯੁਕਤ ਕਿਸਾਨ ਮੋਰਚਾ ਜਿਹੜਾ ਇਸ ਵੇਲੇ ਕੌਮੀ ਪੱਧਰ ਤੇ ਅਗਵਾਈ ਕਰ ਰਿਹਾ ਹੈ, ਉਹਨਾਂ ਚੁਣਿੰਦੇ ਆਗੂਆਂ ਵਿੱਚ ਸ਼ਾਮਲ ਹੈ। ਸਾਡੇ ਨਾਲ ਤੀਜੇ ਮਹਿਮਾਨ ਬਲਦੇਵ ਸਿੰਘ ਭਾਈ ਰੂਪਾ ਟਿਕਰੀ ਬਾਰਡਰ ਤੋਂ ਸਾਡੇ ਨਾਲ ਜੁੜੇ ਹੋਏ ਹੈ। ਤਿੰਨੇ ਮਹਿਮਾਨਾਂ ਨੂੰ ਮੈਂ ਪੈਨਲ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਜਗਮੋਹਨ ਜੀ, ਮੈਂ ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਿਆ ਹਾਂ। ਮੁਜ਼ੱਫਰਨਗਰ ਦੀ ਕਿਸਾਨ ਮਹਾਪੰਚਾਇਤ ਕਿੰਨਾ ਕੁ ਵੱਡਾ ਹੰਗਾਰਾ ਮਿਲਿਆ? ਕਿਉਂਕਿ ਪਿਛਲੇ ਦਿਨਾਂ 'ਚ ਲਗਾਤਾਰ ਕੁਝ ਇਹ ਕਿਹਾ ਜਾ ਰਿਹਾ ਸੀ ਕਿ ਕਿਸਾਨ ਅੰਦੋਲਨ ਮੱਠਾ ਪੈਂਦਾ ਨਜ਼ਰ ਆ ਰਿਹਾ ਹੈ। ਜੀ ਜਗਮੋਹਨ ਜੀ। ਦੇਖੋ ਜੀ, ਕਹਿਣ ਵਾਲੇ ਤਾਂ ਹੁਣ ਵੀ ਕਹਿਣਗੇ ਮੱਠਾ ਪੈਂਦਾ, ਹੁਣੇ ਆਪਣੀ ਡਿਸਕਸ਼ਨ 'ਚ ਆ ਜਾਊਗਾ ਵੀ ਮੱਠਾ ਪੈ ਰਿਹਾ, ਪਰ ਅਸਲ ਦੇ ਵਿੱਚ ਇਹ ਹੁਣ ਚੁੱਲ੍ਹਿਆਂ ਤੇ ਗੱਲਾਂ ਹੋਣ ਲੱਗ ਪਈਆਂ। ਔਰਤਾਂ, ਜਨਾਨੀਆਂ, ਸਭ ਕੁਛ ਭਾਈ ਕਿੰਨੇ ਵਜੇ ਜਾਣਾ, ਹੁਣ ਤੁਹਾਡੀ ਕਦੋਂ ਵਾਰੀ ਆ, ਕਿਹੜੇ ਲੋਕਾਂ ਨੇ ਕਦੋਂ ਜਾਣਾ, ਕੀ ਉੱਥੇ ਹੋ ਰਿਹਾ। ਜਦੋਂ ਗੱਲ ਚੁੱਲ੍ਹਿਆਂ ਤੇ ਛਿੜ ਜਾਵੇ ਤਾਂ ਇਹ ਮਤਲਬ ਕਣ 'ਚ ਚਲਾ ਜਾਂਦਾ ਹੁੰਦਾ। ਉਸੇ ਤਰ੍ਹਾਂ ਗਿਆ। ਤੇ ਤੁਸੀਂ ਜਿਵੇਂ ਕਿ ਪਹਿਲਾਂ ਥੋੜਾ ਜਿਹਾ ਕਿਹਾ ਵੀ 15 ਸਟੇਟਾਂ ਨਹੀਂ, 16 ਸਟੇਟਾਂ ਦੇ ਡੈਲੀਗੇਸ਼ਨ ਆਏ ਸਨ। ਉਹ ਤਾਂ ਅੱਜ ਤੱਕ ਸਾਡੇ 21 ਸਟੇਟ ਜਿਹੜੇ ਨੇ, 21 ਸਟੇਟ ਟਿੱਕਰੀ ਤੇ ਸਿੱਬੂ ਤੇ ਸ਼ਾਹਬਾਜ਼ਪੁਰ ਤੇ ਉੱਥੇ ਪਾਰਟੀਸਪੇਟ ਕਰ ਚੁੱਕੇ ਰਹੇ। ਜਿਹੜੀ ਡੈਲੀਗੇਸ਼ਨ ਆ ਰਹੀ 5-7 ਬੰਦਿਆਂ ਰਹੀ, ਪਰ ਇਹ 150, 150, 200, 400 ਔਰਤਾਂ, ਮਰਦ, ਬੱਚੇ, ਯਾਨੀ ਕਿਸਾਨਾਂ ਦੀਆਂ ਕਈ 2000, 3000, 4000 ਵੀ ਮਤਲਬ ਵੱਧ ਆਏ ਨੇ ਉੜੀਸਾ ਚੋਂ, ਕੁਛ ਹੋਰ ਸਟੇਟਾਂ ਦੇ ਵਿੱਚੋਂ। ਇਹ ਜਿਹੜੀ 15-16 ਸਟੇਟਾਂ ਦੀ ਪਾਰਟੀਸਪੇਸ਼ਨ ਇਹ ਦਿਖਾਉਂਦੀ ਆ ਵੀ ਇਹ ਇੱਕ ਤਾਂ ਇਹ ਮੱਠਾ ਹੀ ਨਹੀਂ ਪਿਆ, ਆਲ ਇੰਡੀਆ ਲੈਵਲ ਦਾ ਬਣ ਗਿਆ। ਤੇ ਹਰਿਆਣੇ ਤੇ ਪੰਜਾਬ ਤੇ ਈਸਟਰਨ ਯੂਪੀ ਦੀ ਜਿਹੜੀ ਪਾਰਟੀਸਪੇਸ਼ਨ ਸੀ ਉਹਦਾ ਤਾਂ ਕੋਈ ਅੰਤ ਹੀ ਨਹੀਂ। ਜਿੰਨੀ ਸਾਨੂੰ ਆਸ ਸੀ ਉਹ ਤੋਂ ਜ਼ਿਆਦਾ ਆਏ ਨੇ, ਔਰ ਸਾਨੂੰ ਲੱਗਦਾ ਵੀ ਸੀ ਸਾਡੇ ਆਸ ਨਾਲੋਂ ਸਾਨੂੰ ਭਰਵਾਂ ਗਾਰਾ ਥੱਲੇ ਮਿਲ ਰਿਹਾ, ਜਿਹੜੇ ਪਿਛਲੇ 2-3 ਹਫ਼ਤਿਆਂ ਤੋਂ ਤਿਆਰੀ ਕਰ ਰਹੇ ਸਾਂ। ਇਸ ਲਈ ਇਸ ਪੱਖੋਂ ਤਾਂ ਮਿਲਿਆ ਬਹੁਤ ਵਧੀਆ। ਹੁਣ ਆਪਾਂ ਅੱਗੇ ਚੱਲ ਕੇ ਗੱਲ ਕਰਾਂਗੇ ਕਿ ਉੱਥੇ ਸੁਨੇਹਾ ਕੀ ਗਿਆ ਤੇ ਉੱਥੇ ਕੀ ਬੋਲਿਆ ਗਿਆ। ਸੁਨੇਹੇ ਦੇ ਮੁੱਦੇ ਤੇ ਜੀ ਜਗਮੋਹਨ ਜੀ, ਮੈਂ ਸੁਨੇਹੇ ਦੇ ਮੁੱਦੇ ਤੇ ਆਉਣਾ ਤੁਹਾਡੇ ਨਾਲ।
ਸਾਡੇ ਨਾਲ ਟਿੱਕਰੀ ਬਾਰਡਰ ਤੋਂ ਬਲਦੇਵ ਭਾਈ ਰੂਪਾ ਜੁੜੇ ਹੋਏ, ਆਪਾਂ ਉਹਨਾਂ ਦੇ ਕਮੈਂਟਸ ਵੀ ਲੈ ਲਈਏ। ਬਲਦੇਵ ਜੀ, ਆਪਾਂ ਜਦੋਂ ਮੁਜ਼ੱਫਰਨਗਰ ਕਿਸਾਨ ਮਹਾਪੰਚਾਇਤ ਦੀ ਗੱਲ ਕਰਦੇ ਹਾਂ, ਤੁਸੀਂ ਕਿੰਨਾ ਕੁ ਵੱਡਾ ਹੰਗਾਰਾ ਦੇਖਿਆ ਉੱਥੇ, ਕਿੰਨਾ ਕੁ ਲੋਕਾਂ ਦਾ ਰਿਸਪੌਂਸ ਸੀ ਉਸ ਰੈਲੀ ਨੂੰ? ਦੇਖੋ ਜੀ ਸਿੱਧੂ ਸਾਹਿਬ, ਮੁਜ਼ੱਫਰਨਗਰ ਦੀ ਜਿਹੜੀ ਰੈਲੀ ਆ, ਉਹ ਰੈਲੀ ਨੂੰ ਭਰਪੂਰ ਹੰਗਾਰਾ। ਅਸੀਂ 4 ਤਰੀਕ ਨੂੰ ਚਲੇ ਗਏ ਸੀਗੇ ਟਿੱਕਰੀ ਬਾਰਡਰ ਦੀ ਕਮੇਟੀ, ਤੇ ਅਸੀਂ ਜਦੋਂ ਜਾ ਕੇ ਲੋਕਾਂ ਦਾ ਉੱਥੇ ਦੇਖਿਆ ਕਿ ਲੋਕਾਂ ਦੇ ਹੌਸਲੇ ਸੀ, ਜਿਹੜੇ ਸ਼ਹਿਰ ਨਿਵਾਸੀਆਂ ਦੇ, ਉੱਥੋਂ ਦੇ ਆਸੋ ਪਾਸੇ ਵਾਲੇ ਪਿੰਡਾਂ ਦੇ, ਇਹ ਸੀ ਕਿ ਵੀ ਕੋਈ ਵੀ ਕਸਰ ਸਾਡੇ ਕੰਨਿਓ ਸੇਵਾ ਦੇ ਵਿੱਚ ਨਾ ਰਹਿ ਜੇ। ਤਾਂ ਇਹ ਜਿਹੜੀ ਰੈਲੀ ਸੀ, ਜਨ ਅੰਦੋਲਨ, 4 ਤਰੀਕ ਨੂੰ ਬਹੁਤ ਵੱਡਾ ਜਿਹੜਾ ਇਕੱਠ ਸੀਗਾ ਹੋ ਗਿਆ ਸੀਗਾ। ਤੇ ਜਦੋਂ ਗਰਾਊਂਡ ਵੱਲ ਜਾ ਕੇ ਦੇਖਿਆ, ਉਦੋਂ ਵੀ ਜੋ ਮਾੜਾ ਮੋਟਾ ਉੱਥੇ ਪਹਿਲਾਂ ਬਾਰਿਸ਼ ਬਹੁਤ ਪੈ ਗਈ ਸੀ, ਮਾੜਾ ਮੋਟਾ ਚਿੱਕੜ ਰਹਿ ਗਿਆ ਸੀ, ਗਾਰਾ ਰਹਿ ਗਿਆ ਸੀਗਾ, ਤਾਂ ਉੱਥੋਂ ਦੇ ਜਿਹੜੇ ਕਿਸਾਨ, ਉੱਥੋਂ ਦੇ ਕਿਰਤੀ ਲੋਕ ਆ, ਉਹਨੂੰ ਨਾਲ ਨੂੰ ਸੁਕਾਉਣ ਵਾਸਤੇ ਸਾਰਾ ਜ਼ੋਰ ਲੱਗਿਆ ਹੋਇਆ ਸੀ। ਅਸੀਂ ਹੈਰਾਨ ਰਹਿ ਗਏ ਸੀ। ਸ਼ਹਿਰ ਦੇ ਵਿੱਚ 4 ਛਪੇਰੇ, ਚਾਰਾਂ ਪਾਸਿਆਂ ਤੋਂ ਕਿਸਾਨ ਹੀ ਕਿਸਾਨ, ਕਿਰਤੀ ਲੋਕ ਹੀ ਲੋਕ, ਤੇ ਐ ਸੀਗਾ ਵੀ ਮਤਲਬ 4 ਤਰੀਕ ਨੂੰ ਵੀ ਤਿਲ ਸਿੱਟਣ ਨੂੰ ਥਾਂ ਨਹੀਂ ਸੀ। ਬਲਦੇਵ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਜਾਨੀ ਜੀ, ਜਗਮੋਹਨ ਜੀ ਨੇ ਵੀ ਪਹਿਲਾਂ ਕਮੈਂਟ ਕੀਤੇ ਆ, ਤੇ ਬਲਦੇਵ ਜੀ ਨੇ ਵੀ ਮੁਜ਼ੱਫਰਨਗਰ ਦੀ ਰੈਲੀ ਦਾ ਜ਼ਿਕਰ ਕੀਤਾ ਹੈ। ਇੰਨਾ ਵੱਡਾ ਭਰਮਾ ਹੰਗਾਰਾ, ਅਕਸਰ ਕਿਧਰੇ ਕਿਹਾ ਜਾਂਦਾ ਸੀ ਕਿ ਕਿਸਾਨ ਅੰਦੋਲਨ ਮੱਠਾ ਪੈ ਗਿਆ, ਪਰ ਇਸ ਤੋਂ ਲੱਗਦਾ ਹੈ ਕਿ ਲੋਕਾਂ ਦੀ ਵੱਡੀ ਹਿਮਾਇਤ। ਜਾਨੀ ਜੀ, ਇਸ ਤੋਂ ਪਹਿਲਾਂ ਕਿ ਤੁਸੀਂ ਕਮੈਂਟ ਕਰੋ, ਮੈਂ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮੈਂ ਅੱਜ ਦੀ ਡਿਬੇਟ ਨੂੰ ਮੀਨਿੰਗਫੁਲ ਰੱਖਣ ਦੇ ਲਈ ਕਿਸਾਨ ਨੇਤਾ ਨੂੰ ਨਾਲ ਜੋੜਿਆ, ਤੇ ਸਿੱਧੇ ਤੌਰ ਤੇ ਤੁਹਾਨੂੰ ਨਾਲ ਲਿਆ, ਕਿਸੇ ਹੋਰ ਪੋਲੀਟੀਕਲ ਪਾਰਟੀ ਦਾ ਨੁਮਾਇੰਦਾ ਨਹੀਂ ਲਿਆ, ਤਾਂ ਕਿ ਡਾਇਲਾਗ ਮੀਨਿੰਗਫੁਲ ਹੋ ਸਕੇ ਔਰ ਮੀਨਿੰਗਫੁਲ ਮੈਸੇਜ ਆ ਸਕੇ। ਜੀ ਜਾਨੀ ਜੀ। ਮੈਂ ਤਾਂ ਆਪ ਨਿਰੋਲ ਕਿਸਾਨ ਆ, ਔਰ ਕਿਸਾਨਾਂ ਦਾ ਫਾਇਦਾ ਹੋਵੇ ਤਾਂ ਸਾਨੂੰ ਫਾਇਦਾ ਹੈ। ਸਾਡੇ ਪਰਿਵਾਰ, ਮੇਰੇ ਰਿਸ਼ਤੇਦਾਰ, ਜਿੰਨੇ ਵੀ, ਅਸੀਂ ਸਾਰੇ ਕਿਸਾਨ ਆ। ਸਾਡੇ ਕੋਈ ਸਰਵਿਸ, ਨੌਕਰੀ, ਕਾਰਖਾਨੇ, ਫੈਕਟਰੀ ਕੁਛ ਨਹੀਂ। ਅਸੀਂ ਜ਼ਿਮੀਦਾਰੀ ਤੇ ਨਿਰਭਰ ਕਰਦੇ ਹਾਂ, ਜਿੰਨੇ ਵੀ ਰਿਸ਼ਤੇਦਾਰ ਹੈ। ਸਭ ਤੋਂ ਪਹਿਲਾਂ ਮੈਂ ਕਿਸਾਨ ਹਾਂ। ਅਗਰ ਕਿਸਾਨਾਂ ਦਾ ਫਾਇਦਾ ਹੋਏਗਾ ਤਾਂ ਸਾਨੂੰ ਫਾਇਦਾ ਹੋਏਗਾ। ਪਰ ਗੱਲ ਕੀ ਹੈ ਕਿ ਚਲੋ ਰੈਲੀ ਦੀ ਗੱਲ ਹੈ, ਰੈਲੀ ਕਿਸਾਨ ਜਥੇਬੰਦੀਆਂ ਕਰ ਰਹੀ ਹੈ, ਅੱਜ 9 ਮਹੀਨਿਆਂ ਤੋਂ ਕਰ ਰਹੀ ਹੈ, ਸੰਘਰਸ਼ ਕਰ ਰਹੀ ਹੈ, ਔਰ ਹਰੇਕ ਜਗ੍ਹਾ ਮੈਂ ਉਹਦੇ ਬਾਰੇ ਕੁਛ ਨਹੀਂ ਕਹਿਣਾ ਚਾਹੁੰਦਾ। ਠੀਕ ਹੈ, ਇਕੱਠ ਸੀ, ਔਰ ਪੂਰਾ ਇਕੱਠ ਹੈ, ਇਹਦੇ ਵਿੱਚ ਆਪਾਂ ਨਹੀਂ ਕਦੇ ਵੀ ਇਕੱਠ ਨਹੀਂ ਸੀਗਾ। ਜੇ 1 ਲੱਖ 2 ਲੱਖ 3 ਲੱਖ ਬੰਦੇ ਹੋ ਜਾਣ, ਫਿਰ ਉਹ ਗਿਣੇ ਨਹੀਂ ਜਾਂਦੇ। ਉਹਨਾਂ ਨੂੰ ਆਪਾਂ ਕਿੰਨੇ ਕਹਿ ਸਕਦੇ ਹਾਂ। ਜਿਹੜੀ ਚੀਜ਼ ਕਾਮਯਾਬ ਹੋ ਗਈ ਤਾਂ ਉਹਨੂੰ ਆਪਾਂ ਕਿਸੇ ਤਰ੍ਹਾਂ ਵੀ ਕਹਿ ਸਕਦੇ ਹਾਂ। ਪਰ ਮੇਰਾ ਇੱਕ ਕਹਿਣਾ ਹੈ ਕਿ ਮੈਂ ਵੀ ਇਹ ਸੰਘਰਸ਼ ਕਾਹਦੇ ਵਾਸਤੇ ਹੋ ਰਿਹਾ ਹੈ, ਮੈਨੂੰ ਇਹ ਨਹੀਂ ਸਮਝ ਆਈ ਕਿ ਸੁਪਰੀਮ ਕੋਰਟ ਨੇ ਇਹ ਕਾਨੂੰਨ ਹੋਲਡ ਕਰਤੇ, ਤੇ ਕਾਨੂੰਨ ਤਾਂ ਹੋਲਡ ਪਏ ਨੇ, ਤਾਂ ਫਿਰ ਵੀ ਆਪਾਂ ਸੰਘਰਸ਼ ਕਿਸ ਚੀਜ਼ ਦਾ ਕਰ ਰਹੇ ਹਾਂ? ਫਿਰ ਇਹ ਜਿਹੜੇ ਕਾਨੂੰਨ ਜਿਹੜੇ ਹੈ, 3 ਕਾਨੂੰਨ ਆਏ ਨੇ, ਮੈਂ ਇਹਨਾਂ ਤੋਂ ਪੁੱਛਣਾ ਚਾਹਨਾ, ਜਥੇਬੰਦੀਆਂ ਦੇ ਬੈਠੇ ਆਗੂ ਬੈਠੇ ਨੇ, ਵੀ ਆਪਣੀ ਜ਼ਮੀਨ ਕਿਵੇਂ ਚਲੀ ਜਾਊਗੀ? ਅੱਜ ਅਸੀਂ ਕਿਤੇ ਪਿੰਡ 'ਚ ਜਾਈਏ, ਅਗਰ ਕਿਸੇ ਨਾਲ ਗੱਲ ਕਰ ਦਈਏ, ਉਹ ਕਹਿੰਦੇ ਨਹੀਂ ਜੀ ਸਾਡੀ ਤਾਂ ਜ਼ਮੀਨਾਂ ਚਲੀ ਜਾਣਗੀਆਂ। ਤੇ ਸਾਨੂੰ ਇੱਕ ਚੀਜ਼ ਸਾਨੂੰ ਨਹੀਂ ਸਮਝ ਆਈ ਵੀ ਜ਼ਮੀਨ ਕਿਵੇਂ ਜਾਊਗੀ? ਜ਼ਮੀਨ ਜਾਣ ਦਾ ਮਤਲਬ ਨਹੀਂ। ਫਿਰ ਇਹਦੇ ਵਿੱਚ ਕੀ ਹੈ ਕਿ ਜਥੇਬੰਦੀਆਂ ਦੀ ਮੀਟਿੰਗ ਜਿਹੜੀ 12 ਹੋਈ, ਉਹਦੇ ਵਿੱਚ ਮੋਦੀ ਸਾਹਿਬ ਨੇ ਔਰ ਸਰਕਾਰ ਨੇ ਕਹਿਤਾ ਸੀਗਾ ਕਿ ਅਸੀਂ 1.5 ਸਾਲ ਕਾਨੂੰਨ ਨੂੰ ਹੋਲਡ ਕਰ ਲੈਂਦੇ ਹਾਂ, ਔਰ ਆਪਾਂ ਕਮੇਟੀ ਬਣਾ ਲੈਂਦੇ ਹਾਂ। ਕਮੇਟੀ ਚਾਹੇ ਤਾਂ ਔਰ ਟਾਈਮ ਲੈ ਲਵੇ, ਕਮੇਟੀ ਚਾਹੇ ਤਾਂ ਉਹਨੂੰ ਅਗਰ ਮਤਲਬ ਕੈਂਸਲ ਕਰੇ, ਰੱਖੇ ਨਾ ਰੱਖੇ, ਜੋ ਵੀ ਕਮੇਟੀ ਚਾਹੇਗੀ ਕਿਸਾਨ ਹਿੱਤ ਵਿੱਚ ਸਰਕਾਰ ਉਹਨੂੰ ਮੰਨੇਗੀ ਤੇ ਜਥੇਬੰਦੀਆਂ ਵੀ ਉਹਨੂੰ ਮੰਨਣ। ਤਾਂ ਫਿਰ ਗੱਲ ਕੀ ਰਹੇਗੀ? ਆਪਾਂ ਕਮੇਟੀ ਬਣਾ ਕੇ ਫੈਸਲਾ ਕਿਉਂ ਨਹੀਂ ਕਰਾ ਦਿੰਦੇ ਵੀ 1.5 ਸਾਲ ਜਦੋਂ ਹੋਲਡ ਰਹਿ ਜਾਏਗਾ, ਔਰ ਕਮੇਟੀ ਚਾਹੇਗੀ ਹੋਰ ਟਾਈਮ ਲੈਣਾ ਚਾਹੇਗੀ ਤਾਂ ਹੋਰ ਟਾਈਮ ਲੈ ਲੇਗੀ। ਜੀ ਜਾਨੀ ਜੀ, ਆਪਾਂ ਤੁਸੀਂ ਜਿਹੜਾ ਕਮੈਂਟਸ ਕੀਤੇ ਹੈਗੇ, ਸਵਾਲ ਅਹਿਮ ਸਵਾਲ ਉਠਾਇਆ। ਸਾਡੇ ਨਾਲ ਸੀਨੀਅਰ ਆਗੂ ਜੁੜੇ ਹੋਏ ਹੈ, ਜਗਮੋਹਨ ਉੱਪਲ ਜੀ। ਜਗਮੋਹਨ ਉੱਪਲ ਜੀ, ਤੁਸੀਂ ਜਾਨੀ ਦੇ ਕਮੈਂਟ ਸੁਣਿਆ? ਉਹ ਕਹਿੰਦੇ ਸੰਘਰਸ਼ ਕਾਹਦੇ ਲਈ, ਜਦੋਂ ਕਿ ਜਿਹੜੇ ਕਾਨੂੰਨ ਹੈ ਉਹ ਪਿੱਛੇ ਪਾ ਦਿੱਤੇ ਗਏ ਹੈ, ਜ਼ਮੀਨ ਖੋਈ ਨਹੀਂ ਜਾ ਰਹੀ, ਫਿਰ ਕਿਉਂ ਇਦਾਂ ਲੋਕਾਂ ਨੂੰ ਭਰਮਾਇਆ ਜਾ ਰਿਹਾ ਹੈ? ਐਸੀ ਕੋਈ ਵਜ੍ਹਾ ਹੀ ਨਹੀਂ ਹੈ, ਜਾਨੀ ਜੀ ਦਾ ਦਾਅਵਾ ਹੈ। ਦੇਖੋ ਜੀ, ਧੰਨਵਾਦ ਜਾਨੀ ਜੀ ਦਾ, ਕਿਉਂਕਿ ਕੰਧ ਤੇ ਲਿਖਿਆ ਪੜ੍ਹਦੇ ਨੇ। ਇਹਨਾਂ ਨੇ ਸਾਡੀ ਜਿਹੜੀ ਇੱਕ ਮਹਾਂ ਰੈਲੀ ਸੀ ਉਹਨੂੰ ਮਾਨਤਾ ਦਿੱਤੀ ਆ, ਕਹਿ ਕੇ ਬਹੁਤ ਵੱਡੀ ਰੈਲੀ ਸੀ। ਪਰ ਇਹਨਾਂ ਨੇ ਚਲੋ ਅੱਗੇ ਨਾਲ ਹੀ ਉਹਦੇ ਕੁਐਸਚਨ ਮਾਰਕ ਕਰਤਾ ਵੀ ਰੈਲੀ ਕਾਹਦੇ ਵਾਸਤੇ, ਚਾਹੇ ਸੰਘਰਸ਼ ਕਾਹਦੇ ਵਾਸਤੇ। ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਪਤਾ ਵੀ ਸੰਘਰਸ਼ ਕਾਹਦੇ ਵਾਸਤੇ ਤੇ ਕਿਉਂ। ਜੇ ਇਹ ਗੱਲ ਬਿਲਕੁਲ ਤੱਥਾਂ ਤੋਂ ਦੂਰ ਆ। ਸਾਰੀਆਂ ਮੀਟਿੰਗਾਂ ਦੇ ਵਿੱਚ ਪਹਿਲੀ ਗੱਲ ਇੱਕ ਤੇ ਮੋਦੀ ਸਾਹਿਬ ਨੇ ਕਹਿਤਾ ਸੀ, ਮੋਦੀ ਸਾਹਿਬ ਦਾ ਅੱਜ ਤੱਕ ਸ਼ਬਦ ਕੋਈ ਨਹੀਂ ਬੋਲੇ ਤੇ ਨਾ ਹੀ ਕਿਸੇ ਮੀਟਿੰਗ 'ਚ ਆਏ ਨੇ। ਤੋਮਰ ਸਾਹਿਬ ਨੇ ਕਿਹਾ ਸੀ ਕਿ 1.5 ਸਾਲ ਲਈ ਅਸੀਂ ਸਸਪੈਂਡ ਕਰਦੇ ਹਾਂ, 1.5 ਸਾਲ ਲਈ ਸਸਪੈਂਡ ਕਰਦੇ ਹਾਂ ਕਾਨੂੰਨ, ਤੇ MSP ਤੇ ਬਣਾਉਂਦੇ ਹਾਂ ਕਮੇਟੀ, ਨਾ ਕਿ ਕਾਨੂੰਨਾਂ ਤੇ।
ਕਾਨੂੰਨਾਂ ਤੇ ਕੋਈ ਕਮੇਟੀ ਦਾ ਆਫਰ ਨਹੀਂ ਆਈ। ਆਫਰ ਐਕਸੈਪਟ ਕਰਨੀ ਜਾਂ ਨਾ ਐਕਸੈਪਟ ਕਰਨੀ ਮੇਰੇ ਇਕੱਲੇ ਦਾ ਵੱਸ ਨਹੀਂ, ਸਾਡਾ ਸੰਯੁਕਤ ਮੋਰਚੇ ਦੀ ਪੂਰੀ ਕਮੇਟੀ ਦੇ ਵੱਸ ਆ, ਪਰ ਕਮੇਟੀ ਦੀ ਕੋਈ ਆਫਰ ਨਹੀਂ ਆਈ। ਇਹ ਫੈਕਟ ਇਹਨਾਂ ਦਾ ਗਲਤ ਆ, ਇਹ ਕਿਉਂਕਿ ਮੈਂ ਸਾਰੀਆਂ ਮੀਟਿੰਗਾਂ ਅਟੈਂਡ ਕੀਤੀਆਂ ਨੇ। ਦੂਜੀ ਗੱਲ ਇਹ ਜਿਹੜੀ ਇਹ ਕਹਿੰਦੇ ਨੇ ਕਿ ਹੋਲਡ ਕੀਤੇ ਨੇ, ਜਦੋਂ ਆਪਾਂ ਕਿਸੇ ਚੀਜ਼ ਨੂੰ ਹੋਲਡ ਕਰ ਲੈਂਦੇ ਆ 2 4 6 ਮਹੀਨੇ, ਉਹਦੇ ਅਨੁਸਾਰ ਸਾਡੇ ਤੋਂ ਵੱਡਮੁੱਲੇ ਸਾਡੇ ਸਾਥੀ ਵਿਛੜ ਜਾਂਦੇ ਨੇ, ਅਸੀਂ ਉਹਨਾਂ ਨੂੰ ਸ਼ਹੀਦ ਕਹਾਂਗੇ, ਪਤਾ ਨਹੀਂ ਕੀ ਕਹਿੰਦੇ ਨੇ, ਇਹ ਤਾਂ ਕੁਝ ਬੋਲੇ ਨਹੀਂ, ਇਹਨਾਂ ਦੇ ਇੱਕ ਅਥਰੂ ਵੀ ਨਹੀਂ ਕਿਸੇ ਨੇ ਵਹਾਇਆ ਵੀ ਕੋਈ ਮਾੜਾ ਜਿਹਾ ਅਫਸੋਸ ਦਾ ਮਤਾ ਹੀ ਪਾ ਦਿੰਦੇ ਵੀ ਕਿਸਾਨ 700 ਦੇ ਲਾਗੇ ਸਾਡੇ ਕਿਸਾਨ ਵੀ ਸਾਡੇ ਤੋਂ ਵਿਛੜ ਗਏ, ਸ਼ਹੀਦ ਹੋ ਗਏ। ਉਦੋਂ ਇਹ ਜਿਹੜਾ ਇਹਨਾਂ ਨੇ ਹੋਲਡ ਕੀਤਾ ਹੈ, ਇਸ ਹੋਲਡ ਨੂੰ ਇਹ ਨਲੀਫਾਈ ਕਿਉਂ ਨਹੀਂ ਕਰਦੇ, ਇਸ ਹੋਲਡ ਨੂੰ ਇਹ ਜਿਹੜਾ ਮਤਲਬ ਰਿਪੀਲ ਕਿਉਂ ਨਹੀਂ ਕਰ ਦਿੰਦੇ? ਜੇ ਇਹਨਾਂ ਨੇ 9 ਮਹੀਨੇ ਲੰਘ ਗਏ ਹੋਲਡ ਕੀਤਿਆਂ ਤੇ ਗਾਂ ਕੀ ਗੱਲ ਦੁਨੀਆ ਖੜ ਜੂਗੀ ਇਹ ਕਾਨੂੰਨ ਲਾਗੂ ਹੋਣ ਤੋਂ ਬਿਨਾਂ? ਇੱਕ ਵਾਰੀ ਰਿਪੀਲ ਕਰਨ ਇਹਨਾਂ ਨੂੰ, ਬਾਅਦ ਵਿੱਚ ਦੇਖੀ ਜਾਊਗੀ ਕੀ ਹੁੰਦਾ। ਅਗਲੀ ਸਰਕਾਰ ਜਿਹੜੀ ਹੈਗੀ ਇਹ ਸਰਕਾਰ ਲਵੇ ਜ਼ਿੰਮੇਵਾਰੀ, ਮੋਦੀ ਸਰਕਾਰ ਵਿੱਚ ਅਭੀ ਤੱਕ ਰਿਪੀਲ ਲੈ ਜੀ, ਜਾਂ ਜਿਵੇਂ ਇਹਨਾਂ ਨੇ ਬਣਾਏ ਉਵੇਂ ਰਿਪੀਲ ਕਰ ਦੋ। ਹੁਣ ਉਹ ਲਾਗੂ ਨਹੀਂ ਗਏ, ਇੱਥੋਂ ਤੱਕ ਕਿ ਇਹਨਾਂ ਨੂੰ ਜਾਣਕਾਰੀ ਹੋਵੇਗੀ ਕਿ ਹੁਣ ਜਦੋਂ ਦਾਲਾਂ ਦੀ ਘਾਟ ਪੈ ਗਈ ਤਾਂ ਪੁਰਾਣਾ ਕਾਨੂੰਨ ਜਿਹੜਾ 1955 ਇਹਨਾਂ ਨੇ ਖਤਮ ਕਰਕੇ ਅਸੈਂਸ਼ੀਅਲ ਗੁੱਡਸ ਦਾ ਨਵਾਂ ਕਾਨੂੰਨ ਲੈ ਆਂਦਾ ਹੈ। ਉਹ ਕਾਨੂੰਨ ਸੁਪਰੀਮ ਕੋਰਟ ਤੋਂ ਹੋਲਡ ਸੀ, ਜਿਹੜੀ ਦੀ ਗੱਲ ਠੀਕ ਆ, ਉਹਨੂੰ ਲਾਗੂ ਨਾ ਸਰਕਾਰ ਕਰ ਸਕਦੀ ਹੈ, ਲਾਗੂ ਹੋਰ ਕਰ ਸਕਦਾ। ਇਹਨਾਂ ਨੇ ਪੁਰਾਣੇ ਕਾਨੂੰਨ ਤਹਿਤ ਬਾਹਰਲੇ ਦੇਸ਼ਾਂ ਦੇ ਵਿੱਚੋਂ ਦਾਲਾਂ ਮੰਗਾਈਆਂ, ਤੇ ਉਹ ਜੇ ਉਹ ਕਾਨੂੰਨ ਲੋਕਾਂ ਦੀ, ਗਰੀਬ ਲੋਕਾਂ ਲਈ ਜਨਤਕ ਵੰਡ ਪ੍ਰਣਾਲੀ ਰਹੀ, ਜਦੋਂ ਦਾਲਾਂ ਜਾਂਦੀਆਂ, ਗਰੀਬ ਲੋਕ ਜਦੋਂ ਬਹੁਤ ਮਹਿੰਗੀਆਂ ਦਾਲਾਂ ਇੱਥੇ ਹੋ ਗਈਆਂ, ਉਹ ਉਦੋਂ ਬਾਹਰੋਂ ਮੰਗਾਉਣੀਆਂ ਪਈਆਂ, ਉਸ ਕਾਨੂੰਨ ਨੂੰ ਲਾਗੂ ਹੀ ਕਿਉਂ ਨਹੀਂ ਕਰਦੇ? ਇਹ ਜਿਹੜਾ ਨਵਾਂ ਬਣਾਇਆ ਇਹਨੂੰ ਖਤਮ ਕਰਨ। ਇਸ ਲਈ ਸਾਡੀ ਮੰਗ ਹੈ ਵੀ ਤਿੰਨੇ ਕਾਨੂੰਨ ਖਤਮ ਕਰ ਲਓ, ਐਮਐਸਪੀ ਦੀ ਕਮੇਟੀ ਬਣਾ ਲਓ ਤੇ ਰੈਸ਼ਨਲ ਬੈਠ ਕੇ ਆਪਾਂ ਕੋਈ ਡਿਸੀਜਨ ਲੈ ਲਾਂਗੇ ਕਿਹੜੀ ਚੀਜ਼ ਦੀ ਐਮਐਸਪੀ ਕਿੰਨੀ ਵੱਧ ਸਕਦੀ, ਕਿਵੇਂ ਵੱਧ ਸਕਦੀ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਕੀ ਕਹਿੰਦੀ ਆ, ਉਦੋਂ ਬਾਅਦ ਇਹਨਾਂ ਦੇ ਪਲਾਨਿੰਗ ਕਮਿਸ਼ਨ 'ਚ ਬੈਠੇ ਨੇ ਉਹ ਕੀ ਕਹਿੰਦੇ ਨੇ। ਤਾਂ ਇਸ ਲਈ ਇਹ ਗੱਲ ਬਹੁਤ ਮਤਲਬ ਇੱਕ ਡੂੰਘੀ ਮਤਲਬ ਢੰਗ ਤਰੀਕੇ ਦਾ, ਚਲੋ ਸਾਡੇ ਮੈਂ ਫਿਰੋਜ਼ਪੁਰ ਦਾ ਫਾਜ਼ਿਲਕਾ ਦੇ ਬੈਕਵਰਡ ਏਰੀਆ ਦੇ ਥੋੜੀ ਜਿਹੀ ਗੱਲ ਪਛੜ ਕੇ ਕਈ ਪਰ ਇਹਨਾਂ ਨੂੰ ਲੱਗਦਾ ਵੀ ਹੋਲਡ ਜਿਹੜਾ ਕੀਤਾ ਸੁਪਰੀਮ ਕੋਰਟ ਦੇ ਕੀਤਾ, ਅੱਜ ਹੋਲਡ ਕੀਤਾ, ਹੋ ਸਕਦਾ ਆਪਣੀ ਡਿਸਕਸ਼ਨ ਕਰਦੇ ਸੁਪਰੀਮ ਕੋਰਟ ਤੋਂ ਆਰਡਰ ਆ ਜੇ ਅਸੀਂ ਹੋਲਡ ਖੋਲਤਾ, ਫਿਰ ਤਾਂ ਲਾਗੂ ਹੋ ਗਏ ਸਾਡੇ ਤੇ। ਉੱਪਰ ਤੇ ਜਾ ਕੇ ਕੋਈ ਦਿੰਦਾ ਨਹੀਂ ਸਮਾਂ ਵੀ ਹੋਲਡ ਰਹਿਣਗੇ, ਰਹਿਣਗੇ, ਹਮੇਸ਼ਾ ਹੀ ਹੋਲਡ ਰਹਿਣਗੇ। ਓਕੇ, ਆਪਾਂ ਜਵਾਬ ਲੈਣੇ ਆ। ਜਨੀ ਜੀ ਮੈਂ ਆ ਰਿਹਾ ਤੁਹਾਡੇ ਵੱਲ। ਆਪਾਂ ਬਲਦੇਵ ਜੀ ਵੀ ਇੰਤਜ਼ਾਰ ਕਰ ਰਹੇ, ਆਪਾਂ ਬਲਦੇਵ ਜੀ ਤੋਂ ਇੱਕ ਜਵਾਬ ਲੈ ਲਈਏ, ਫਿਰ ਮੈਂ ਡੈਫੀਨਿਟਲੀ ਤੁਹਾਡੇ ਸਵਾਲ ਵੱਲ ਹੀ ਆ ਰਿਹਾ, ਤੁਹਾਡੇ ਤੋਂ ਲੈਣੇ ਜਵਾਬ। ਬਲਦੇਵ ਜੀ, ਜਿਸ ਮੁੱਦੇ ਤੇ ਜਨੀ ਜੀ ਨੇ ਗੱਲ ਕੀਤਾ ਹੈ, ਉਹ ਕਹਿੰਦੇ ਵੀ ਜਦੋਂ ਅਸੀਂ ਸਾਰਾ ਕੁਝ ਜਿਹੜਾ ਇਸ ਗੱਲ ਨੂੰ ਜਿਹੜਾ ਕਿਸਾਨਾਂ ਦੀ ਜਥੇਬੰਦੀ ਦੇ ਨਾਲ ਆ, ਉਹਨਾਂ ਦੇ ਦੁੱਖ ਤਕਲੀਫ ਵੀ ਸਮਝਦੇ ਆ, ਕਾਨੂੰਨ ਹੋਲਡ ਕਰਤੇ ਹੈ, ਫਿਰ ਇਹ ਕਿਉਂ ਭਰਮਾਇਆ ਜਾ ਰਿਹਾ ਕਿ ਜ਼ਮੀਨਾਂ ਖੋਈਆਂ ਜਾਣਗੀਆਂ? ਜਿਹੜੇ ਲੋਕ ਇੰਨੀ ਵੱਡੀ ਗਿਣਤੀ 'ਚ ਮੁਜ਼ੱਫਰਨਗਰ ਆਏ ਹੈ, ਉਹ ਪੰਜਾਬ ਦੇ ਆ, ਹਰਿਆਣੇ ਦੇ ਆ, ਯੂਪੀ ਦੇ, ਦੂਜਿਆਂ ਰਾਜਾਂ ਦੇ ਆ, ਕੀ ਕਿਸਾਨਾਂ ਨੇ ਉਹਨਾਂ ਨੂੰ ਮਿਸਲੀਡ ਕਰਕੇ, ਗੁੰਮਰਾਹ ਕਰਕੇ ਰੈਲੀ 'ਚ ਲਿਆਂਦਾ ਉੱਥੇ? ਬਿਲਕੁਲ ਨਹੀਂ ਜੀ। ਦੇਖੋ ਸਿੱਧੂ ਸਾਹਿਬ, ਇਹ ਬਹੁਤ ਪਾਰਟੀਆਂ ਮਾਰੀਆਂ, ਗਿਆਨੀ ਜੀ ਮੀਟਿੰਗਾਂ ਦੇ ਵਿੱਚ ਵੀ ਸਾਡੇ ਨਾਲ ਉੱਥੇ ਜਾਂਦੇ ਰਹੇ ਆ, ਉੱਥੇ ਜਾ ਕੇ ਵੀ ਇਹ ਸਾਡੇ ਜਿਹੜਾ ਸੀਗਾ ਵੀ ਹਾਂ ਤੁਹਾਡੀ ਗੱਲ ਠੀਕ ਆ, ਇਹ ਕਾਨੂੰਨ ਜਿਹੜੇ ਹੈਗੇ ਆ ਰੱਦ ਹੋਣੇ ਚਾਹੀਦੇ ਆ। ਤੇ ਇੱਥੇ ਜਾ ਕੇ ਐਡੀਆਂ ਵੱਡੀਆਂ ਗਿਆਨੀ ਜੀ ਨੇ ਧਮਕੀਆਂ ਵੀ ਦਿੱਤੀਆਂ, ਕਿਉਂਕਿ ਸਾਡੇ ਕਿਸਾਨਾਂ ਦੇ ਵਿੱਚ ਰੋਸ ਆ। ਉਹਨਾਂ ਨੂੰ ਇੱਕ ਗੱਲ ਤਾਂ ਕਲੀਅਰ ਹੋ ਗਈ, ਜਿਹੜਾ ਹੁਣ ਤੱਕ ਇਹਨਾਂ ਨੇ ਸਾਡੇ ਲੋਕਾਂ ਨੂੰ ਬੁੱਧੂ ਬਣਾਈ ਰੱਖਿਆ, ਹੁਣ ਜਿਹੜਾ ਦੇਸ਼ ਦਾ ਕਿਸਾਨ ਸੀ, ਪੰਜਾਬ ਦਾ ਕਿਸਾਨ ਸੀ, ਉਹ ਜਾਗ ਉੱਠਿਆ, ਉਹਨਾਂ ਨੂੰ ਪਤਾ ਲੱਗ ਗਿਆ ਜ਼ਮੀਨਾਂ ਰਹਿਣਗੀਆਂ ਕਿੱਥੇ ਜੀ। ਇੱਥੇ ਇਸੇ ਦੇਸ਼ ਦੇ ਵਿੱਚ ਕਿੰਨੇ ਕਾਨੂੰਨ ਚੱਲੀ ਜਾਂਦੇ ਆ। ਇੱਥੇ ਬਿਹਾਰ ਦੇ ਵਿੱਚ ਐਮਐਸਪੀ ਇਹਨਾਂ ਨੇ ਖਤਮ ਕੀਤੀ, ਤਾਂ ਉੱਥੋਂ ਦੇ ਜਿਹੜੇ ਕਿਸਾਨ ਸੀਗੇ, ਉਹ ਕਿਸਾਨ ਸਾਡੇ ਖੇਤਾਂ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਆ ਕੇ ਮਜ਼ਦੂਰੀ ਕਰਦੇ ਆ। ਜਦੋਂ ਅਸੀਂ ਉਹਨਾਂ ਨੂੰ ਸਵਾਲ ਕਰਦੇ ਆ ਵੀ ਤੁਹਾਡੇ ਕੋਲੇ ਜ਼ਮੀਨਾਂ ਹੈ ਨਹੀਂ, ਤੁਸੀਂ ਮਜ਼ਦੂਰ ਆ, ਉਹ ਕਹਿੰਦੇ ਨਹੀਂ ਜੀ ਸਾਡੇ ਕੋਲੇ ਜ਼ਮੀਨਾਂ 5-5 7-7 ਹਰੇਕ ਬੰਦੇ ਕੋਲੇ ਜ਼ਮੀਨ ਆ, ਪਰ ਸਾਡੀ ਫਸਲ ਦਾ ਜਿਹੜਾ ਹੈਗਾ ਕੋਈ ਮੁੱਲ ਹੀ ਜਾਂਦਾ। ਜੇ ਪੰਜਾਬ ਦੇ ਵਿੱਚ 2000 ਨੂੰ ਆ ਤਾਂ ਸਾਡੇ ਤੋਂ 800 ਨੂੰ, 900 ਨੂੰ, 1000 ਨੂੰ ਖਰੀਦੀ ਜਾਂਦੀ ਆ। ਜੇ ਅਸੀਂ ਦਿਹਾੜੀਆਂ ਨਾ ਕਰਾਂਗੇ ਤਾਂ ਹੋਰ ਕੀ ਕਰਾਂਗੇ? ਸੋ ਇਹ ਜਿਹੜੇ ਇਹਨਾਂ ਦਾ ਇਹ ਕਾਨੂੰਨ ਆ ਜਿਹੜੇ ਇਹਨਾਂ ਨੂੰ ਰੱਦ ਕਰਨੇ ਪੈਣੇ ਆ। ਦੇਸ਼ ਦਾ ਕਿਸਾਨ ਜਾਗ ਉੱਠਿਆ। ਮੁਜ਼ੱਫਰ ਵਾਲੀ ਜਿਹੜੀ ਮੁਜ਼ੱਫਰਨਗਰ ਦੀ ਰੈਲੀ ਸੀ, ਉਹਨੇ ਸਾਰਾ ਕੁਝ ਕਲੀਅਰ ਕਰਤਾ। ਹੁਣ ਇਹਨਾਂ ਨੇ ਦੇਖਣਾ ਕਿ ਦੇਸ਼ ਦੇ ਅੰਨਦਾਤੇ ਨੂੰ ਹੋਰ ਕਿੰਨਾ ਚਿਰ ਬਿਠਾਉਣਾਗਾ ਸੜਕਾਂ ਤੇ। ਜੀ ਆਪਾਂ ਜਾਨੀ ਤੋਂ ਜਵਾਬ ਲੈ ਲਈਏ। ਜਾਨੀ ਜੀ, ਦੋਨਾਂ ਹੀ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਹੋਲਡ ਕਰਨ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਹੋਲਡ ਤਾਂ ਇੱਕ ਟੈਂਪਰੇਰੀ ਫੇਜ਼ ਹੁੰਦੀ ਹੈ
ਕੱਲ ਨੂੰ ਸੁਪਰੀਮ ਕੋਰਟ ਕਿਸੇ ਵੇਲੇ ਵੀ ਵਾਪਸ ਲੈ ਲੇ, ਜੇ ਕਾਨੂੰਨ ਗਲਤ ਹੈ ਤਾਂ ਰੱਦ ਕਿਉਂ ਨਹੀਂ ਕੀਤੇ ਜਾਂਦੇ। ਦੂਜਾ ਉਹਨਾਂ ਦਾ ਕਹਿਣਾ ਕਿ ਜਦੋਂ ਜ਼ਮੀਨਾਂ ਦੀ ਗੱਲ ਕਰਦੇ ਆ, ਜਿਨ੍ਹਾਂ ਲੋਕਾਂ ਨੂੰ ਤੁਸੀਂ ਮਿਲਦੇ ਹੋ ਜਾਂ ਜਿਨ੍ਹਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਉਹਨਾਂ 'ਚ ਬਹੁਤ ਵੱਡਾ ਖਦਸ਼ਾ ਹੈ ਜੇ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਣਗੇ ਤਾਂ ਜਿੱਦਾਂ ਬਿਹਾਰ ਤੇ ਯੂਪੀ ਦੇ ਲੋਕ ਆ ਰਹੇ, ਜ਼ਮੀਨਾਂ ਰਹਿ ਵੀ ਜਾਣਗੀਆਂ ਤਾਂ ਵੀ ਉਹਨਾਂ ਦਾ ਕਹਿਣਾ ਕਿ ਅਸੀਂ ਘਸਿਆਰੇ ਬਣ ਜਾਾਂਗੇ। ਜੀ ਜਾਨੀ ਜੀ। ਸਿੱਧੂ ਸਾਹਿਬ ਗੱਲ ਇਹ ਹੈ, ਜਿਵੇਂ ਮੇਰੇ ਭਰਾਵਾਂ ਨੇ ਦੱਸਿਆ ਹੈ ਕਿ ਵੀ ਸੁਪਰੀਮ ਕੋਰਟ ਜਿਹੜੀ ਹੈ ਵੀ ਮਰਜ਼ੀ ਜਦੋਂ ਕਹਦੇ ਵੀ ਖੋਲ ਦੇ, ਤਾਂ ਸਰਕਾਰ ਨੇ ਇੱਕ ਗੱਲ ਕਹੀ ਸੀਗੀ ਵੀ ਅਸੀਂ 1.5 ਸਾਲ ਹੋਲਡ ਕਰਦੇ, ਕਮੇਟੀ ਜਿਹੜੀ ਹੈ ਸਰਕਾਰ ਜਿਹੜੀ ਹੈ ਸੁਪਰੀਮ ਕੋਰਟ ਨੂੰ ਲਿਖ ਕੇ ਦੇਗੀ, ਸੁਪਰੀਮ ਕੋਰਟ ਨੂੰ ਲਿਖ ਕੇ ਦੇਗੀ ਵੀ ਅਸੀਂ ਇਹਨੂੰ ਹੋਲਡ ਕਰਦੇ ਹਾਂ ਤੇ ਕਮੇਟੀ ਬਣਾਉਂਦੇ ਹਾਂ। ਤੇ ਇਹ ਤਾਂ ਗੱਲ ਜਿਹੜੀ ਹੈ, ਮੈਂ ਉੱਥੇ ਸਾਰੇ ਦਿਨ ਮੈਂ ਇਹਨਾਂ ਦੇ ਵਿੱਚ ਮੇਰੀ ਗੱਲ ਹੁੰਦੀ ਰਹਿੰਦੀ ਸੀਗੀ। ਸਰਕਾਰ ਨੇ ਕਿਹਾ ਸੀ ਵੀ 1.5 ਸਾਲ ਹੋਲਡ ਕਰ ਲੈਂਦੇ ਹਾਂ, ਕਮੇਟੀ ਬਣਾ ਦਿੰਦੇ ਹਾਂ, ਜੋ ਕਮੇਟੀ ਫੈਸਲਾ ਕਰੇਗੀ ਉਹਨੂੰ ਅਸੀਂ ਮੰਨ ਲਾਂਗੇ। ਤਾਂ ਅੱਜ ਦੇਖੋ ਗੱਲ ਸੁਣੋ ਜੀ, ਆਪਾਂ ਕਮੇਟੀ ਦੀ ਹੀ ਗੱਲ ਮੰਨੀ, ਚਲੋ ਇੱਕ ਗੱਲ ਅੱਜ ਮੌਕਾ ਮਿਲ ਗਿਆ, ਠੀਕ ਹੈ, ਜਥੇਬੰਦੀਆਂ ਬੈਠੀ ਹੈ ਔਰ ਇਹ ਮਤਲਬ ਠੀਕ ਹੈ। ਅੱਜ ਤੁਸੀਂ ਜੇ ਵਿੱਚ ਰਾਜਨੀਤੀ ਬੰਦੇ ਬੜੇ ਹੁੰਦੇ ਨਾ ਤਾਂ ਅਸੀਂ ਆਪਦੇ ਵੋਟਾਂ ਦਾ ਲਾਲਚ ਜਿਹੜਾ ਕਰਕੇ ਅਸੀਂ ਇੱਕ ਦੂਸਰੇ ਨਾਲ ਗੜਬੜ ਕਰ ਲੈਂਦੇ ਆ। ਜੀ ਜਾਨੀ ਜੀ, ਮੈਂ ਇਸੇ ਕਰਕੇ ਕਹਿ ਰਿਹਾ, ਜਾਨੀ ਜੀ ਮੈਂ ਇਸੇ ਕਰਕੇ ਕਹਿ ਰਿਹਾ ਕਿ ਸ਼ਾਇਦ ਜਿਹੜੀ ਆਪਣੀ ਡਿਬੇਟ ਹੈ ਕੋਈ ਕਿਸਾਨਾਂ ਦਾ ਦੇਸ਼ ਦੇ ਭਲੇ ਵੱਲ ਨੂੰ ਕੋਈ ਸਟੈਪ ਹੋ ਸਕਦਾ ਹੈ ਜੇ ਆਪਾਂ ਸਾਰਥਕ ਗੱਲ ਕਰੀਏ, ਸਾਰਥਕ ਗੱਲ ਕਰੀਏ ਇਸ ਮੁੱਦੇ ਤੇ। ਜੀ ਮਿਹਰਬਾਨੀ। ਮੈਂ ਬਲਦੇਵ ਸਿੰਘ ਜੀ ਨੇ ਪੁੱਛਣਾ ਚਾਹਨਾ ਕਿ ਰਾਜੇਵਾਲ ਸਾਹਿਬ 1450 ਕਿਸਾਨ ਲੈ ਕੇ ਹਿਮਾਚਲ ਜੜ ਗਏ ਸੀ, 5-5 ਕਿਲੋ ਗੱਠੜੀ ਸਿਰ ਤੇ ਲੈ ਕੇ ਤੇ ਬਲੈਕ ਦਾ ਉਹਨਾਂ ਤੇ ਪਰਚਾ ਹੋਇਆ ਸੀ। ਉਹ ਕੀ ਕਹਿੰਦੇ ਸੀ ਉਸ ਟਾਈਮ, ਉਹਨਾਂ ਦੀ ਕੀ ਡਿਮਾਂਡ ਸੀ, ਕਿਉਂ ਗਏ ਸੀ, ਕੀ ਚਾਹੁੰਦੇ ਸੀ? ਥੋੜਾ ਜਿਹਾ ਦੱਸੋਗੇ, ਮੈਨੂੰ ਵੀ ਪਤਾ ਲੱਗ ਜੇ। ਮੈਂ ਛੋਟਾ ਜਿਹਾ ਇਸ ਚੀਜ਼ ਨੂੰ ਸਮਝਣਾ ਚਾਹਨਾ ਤੁਹਾਡੇ ਤੋਂ, ਕਾਹਦੇ ਵਾਸਤੇ ਗਏ ਸੀ? ਜਾਨੀ ਜੀ ਇਸ ਮੁੱਦੇ ਤੇ ਵੀ ਆਪਾਂ ਜਵਾਬ ਲੈ ਲੈਨੇ ਆ, ਪਰ ਬੇਸਿਕ ਗੱਲ ਜਿਹੜੀ ਜਗਮੋਹਨ ਹੋਣਾ ਨੇ ਕਹੀ ਹੈ, ਉਹ ਕਹਿੰਦੇ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੇ ਵਿੱਚ ਕੀ ਦਿੱਕਤ ਹੈ ਜੇ ਕਾਨੂੰਨ ਸਹੀ ਨਹੀਂ ਹੈਗੀ, ਕਿਸਾਨ ਇਹ ਚਾਹੁੰਦੇ ਆ। ਇਸ ਕਰਕੇ ਆਪਾਂ ਉਪਲ ਜੀ ਤੋਂ ਵੀ ਜਵਾਬ ਲੈਨੇ ਆ। ਉਪਲ ਜੀ, ਜੋ ਜਾਨੀ ਜੀ ਨੇ ਸਵਾਲ ਖੜਾ ਕੀਤਾ ਇਸ ਮੁੱਦੇ ਤੇ ਤੁਸੀਂ ਕੀ ਕਹੋਗੇ? ਬੇਸਿਕ ਮੁੱਦਾ ਉੱਥੇ ਆ ਕੇ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਨਾਲ ਜੁੜਦਾ ਹੈ। ਜੀ ਉਪਲ ਜੀ। ਦੇਖੋ ਜੀ, ਇਹ ਜਾਨੀ ਜੀ ਮੇਰੇ ਨਾਲ ਸੀਨੀਅਰ ਨੇ ਤੇ ਬੜੇ ਸਤਿਕਾਰਯੋਗ ਨੇ। ਇਹ ਗੱਲ ਇਹ ਹੁੰਦੀ ਆ ਵੀ ਜਦੋਂ ਜਿਹੜਾ ਇਸ਼ੂ ਹੁੰਦਾ ਹੈ, ਇਸ਼ੂ ਤੋਂ ਨੌਨ ਇਸ਼ੂ ਤੇ ਜਾ ਕੇ ਗੱਲ ਨੂੰ ਕਿਸੇ ਸਾਰਥਕ ਸਿੱਟੇ ਤੇ ਨਾ ਪਹੁੰਚਣ ਦੇਣਾ। ਤੁਸੀਂ ਬੜੀ ਬੇਨਤੀ ਕੀਤੀ ਔਰ ਇਹਨਾਂ ਨੇ ਬੇਨਤੀ ਸਵੀਕਾਰ ਵੀ ਕੀਤੀ ਸੀ, ਸਾਰਥਕ ਸਿੱਟੇ ਤੇ ਪਹੁੰਚਣਾ ਚਾਹੀਦਾ ਹੈ। ਮੁਰਦੇ ਫਰੋਲਣ ਦਾ ਕੋਈ ਫਾਇਦਾ ਨਹੀਂ ਹੁੰਦਾ। ਕਿਸੇ ਵੇਲੇ ਕਿਸੇ ਬੰਦੇ ਦਾ ਕੋਈ ਸਟੈਂਡ ਹੁੰਦਾ ਹੈ। ਮੈਂ ਮਤਲਬ ਬਹੁਤ ਧਾਰਮਿਕ ਬੰਦਾ ਸੀ ਜਦੋਂ 9ਵੀਂ 10ਵੀਂ 'ਚ ਪੜ੍ਹਦਾ ਸੀ। ਹੁਣ ਮੈਂ ਉਹਨਾਂ ਧਾਰਮਿਕ ਬੰਦਾ ਸਿੱਖ ਧਰਮ ਨੂੰ ਉਸ ਢੰਗ ਨਾਲ ਨਹੀਂ ਅਪਣਾਉਂਦਾ। ਮੈਂ ਐਵੇਂ ਕਹਾਂ ਮੈਂ ਦਾੜੀ ਵੀ ਕੱਟਦਾ। ਇਹ ਆਪੋ ਉਹਦੇ ਵਿਚਾਰ ਹੁੰਦੇ ਨੇ। ਇਹ ਕਿਸੇ ਸਮੇਂ ਉੱਤੇ ਜੋਸ਼ੀ ਦੇ ਵੇਲੇ ਰਾਜੇਵਾਲ ਸਾਹਿਬ WTO ਦੇ ਪੱਖ ਵਿੱਚ ਕੁਝ ਖੜਦੇ ਸਨ। ਇਹ ਫਿਰ ਲੈ ਆਉਣਗੇ ਲੱਖੋਵਾਲ, ਜਿਹੜਾ ਉਹ ਵੀ ਇਸ ਪੱਤਿਕਾ ਦਾ ਪਾਰਟ ਆ। ਲੱਖੋਵਾਲ ਤਾਂ ਬੰਬੇ ਬੰਦਰਗਾਹ ਤੇ ਵੀ ਗਿਆ ਸੀ ਵੀ ਅਸੀਂ ਕਣਕ ਬਾਹਰਲੇ ਦੇਸ਼ 'ਚ ਆਉਣ ਨਹੀਂ ਦੇਣੀ। ਇਸ ਕਰਕੇ ਕੁਝ ਲੋਕ ਵਿਸ਼ਵ ਵਪਾਰ ਸੰਸਥਾ ਦੇ ਹੱਕ ਸਨ। ਹੁਣ ਪਿਛਲੇ ਲੰਮੇ ਸਮੇਂ ਤੋਂ ਸਤਿਕਾਰਯੋਗ ਰਾਜੇਵਾਲ ਨੂੰ WTO ਦੇ ਐਂਟੀ ਨੇ ਇਹਨਾਂ ਸਾਡਾ ਜਿਹੜਾ ਵੇਖੋ ਕੋਈ ਕਾਂਗਰਸੀ ਜੀ ਉਪਲ ਜੀ ਮੇਰੀ ਇਹੀ ਬੇਨਤੀ ਹੈ। ਜੀ ਮੇਰੀ ਇਹੀ ਬੇਨਤੀ ਹੈ, ਆਪਾਂ ਉਪਲ ਜੀ ਬੇਨਤੀ ਹੈ, ਦੇਖੋ ਤੁਸੀਂ ਕਿਸਾਨ ਨੇਤਾ ਹੋ, ਦੂਜੇ ਪਾਸੇ ਜਾਨੀ ਜੀ ਭਾਜਪਾ ਦੇ ਨੇਤਾ ਹੈਗੇ ਆ। ਮੇਰੀ ਇਹੀ ਬੇਨਤੀ ਹੈ ਕਿ ਆਪਾਂ ਸਾਰਥਕ ਮੁੱਦਿਆਂ ਤੇ ਜੋ ਮੌਜੂਦਾ ਸਮੱਸਿਆ ਹੈਗੀ, ਚੁਣੌਤੀ ਹੈ, ਉਹਦੇ ਤੇ ਗੱਲ ਕਰੀਏ, ਨਹੀਂ ਤਾਂ ਕਈ ਡਿਬੇਟਾਂ ਹੋ ਸਕਦੀਆਂ। ਜੀ ਮੈਂ ਜਾਨੀ ਜੀ ਨੂੰ ਕਰਦਾ ਹੁਣ ਕਿਸ ਸਟੇਜ ਤੇ ਤੁਸੀਂ ਕੀ ਸੋਚ ਰਹੀ ਹੈ ਗਵਰਨਮੈਂਟ, ਕਿਉਂਕਿ ਗਵਰਨਮੈਂਟ ਕੀ ਸੋਚ ਰਹੀ ਹੈ ਸਾਨੂੰ ਕਿਤੋਂ ਕਿਸੇ ਤਰ੍ਹਾਂ ਦੀ ਕੋਈ ਵੀ ਪਤਾ ਨਹੀਂ ਲੱਗ ਰਿਹਾ। ਜੇ ਕੋਈ ਪਤਾ ਲੱਗਦਾ ਉਹ ਕੋਈ ਅਫਸਰ ਜਾਂ ਕੋਈ ਵਿਚੋਲੀਆ ਉਹ ਕਈ ਤਰ੍ਹਾਂ ਦੀਆਂ ਊਟ ਪਤਾਕ ਦੀਆਂ ਮਿੱਠੀਆਂ ਖੱਟੀਆਂ ਸ਼ੂਗਰ ਕੋਟਡ ਗੋਲੀਆਂ ਦਿੰਦਾ ਜਿਹਦਾ ਕੁਝ ਪਤਾ ਨਹੀਂ ਲੱਗਦਾ। ਅਫੀਸ਼ੀਅਲੀ ਸਾਨੂੰ ਅਜੇ ਤੱਕ 22 ਜਨਵਰੀ ਤੋਂ ਬਾਅਦ ਕਿਸੇ ਕਿਸਮ ਦਾ ਕੋਈ ਇਨਵੀਟੇਸ਼ਨ ਨਹੀਂ ਆਇਆ। ਸਗੋਂ ਅਸੀਂ ਲੈਟਰ ਲਿਖਿਆ ਹੈ ਕਿ ਅਸੀਂ ਬੈਠੇ ਆ, ਸਾਡੀਆਂ ਸਮੱਸਿਆਵਾਂ ਨੇ, ਸਾਡੇ ਨਾਲ ਗੱਲਬਾਤ ਕਰੋ। ਸੰਯੁਕਤ ਮੋਰਚੇ ਵੱਲੋਂ ਲੈਟਰ ਪ੍ਰਾਈਮ ਮਿਨਿਸਟਰ ਨੂੰ ਵੀ ਗਿਆ, ਐਗਰੀਕਲਚਰ ਮਿਨਿਸਟਰ ਨੂੰ ਵੀ ਗਿਆ, ਹੋਮ ਮਿਨਿਸਟਰ ਨੂੰ ਵੀ ਗਿਆ, ਸਾਰੀ ਕੈਬਨਿਟ ਨੂੰ ਗਿਆ। ਜੀ ਆਪਾਂ ਜਵਾਬ ਲੈਣੇ। ਜਾਨੀ ਜੀ ਬਹੁਤ ਹੀ ਅਹਿਮ ਕਮੈਂਟ ਕੀਤੇ ਹੈ ਜਗਮੋਹਨ ਜੀ ਨੇ। ਉਹਨਾਂ ਨੇ ਬਲਕਿ ਕੋਈ ਲਾਂਛਨ ਵਾਲੀ ਗੱਲ ਨਹੀਂ, ਉਹਨੇ ਕਿ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਸਰਕਾਰ ਦੀ ਕੀ ਸਥਿਤੀ ਹੈ। ਅਸੀਂ ਲੈਟਰ ਵੀ ਲਿਖਿਆ, ਜਨਵਰੀ ਤੋਂ ਲੈ ਕੇ ਹੁਣ ਤੱਕ ਕੋਈ ਜਵਾਬ ਨਹੀਂ ਆਇਆ। ਆਪਾਂ ਐਲੀਗੇਸ਼ਨਾਂ 'ਚ ਨਾ ਜਾਂਦੇ ਹੋਏ ਇਸ ਮੁੱਦੇ ਤੇ ਉਹ ਜਵਾਬ ਲੈਣਾ ਚਾਹੁੰਦੇ ਆ ਕਿ ਇਸ ਵੇਲੇ ਸਰਕਾਰ ਕਿੱਦਾਂ ਸੋਚਦੀ ਹੈ, ਆਖਰ ਕਿੱਥੇ ਜਾ ਕੇ ਗੱਲ ਖੜੀ ਹੈ ਜਾਂ ਖੜਨੀ ਚਾਹੀਦੀ ਹੈ। ਜੀ ਜਾਨੀ ਜੀ। ਦੇਖੋ ਗੱਲ ਇਹ ਹੈ, ਅਮਿਤ ਸ਼ਾਹ ਜੀ ਨਾਲ ਮੀਟਿੰਗ ਸੀਗੀ, ਇਸ ਮਨਮੋਹਨ ਸਿੰਘ ਜੀ ਦੇ ਸਾਰੇ ਸੀਗੇ। तो उत्थे अमित शाह जी ने कहा सी भी कानून एक व्यवस्था है,
ਔਰ ਤੁਸੀਂ ਇਸ ਕਾਨੂੰਨ ਦੇ ਵਿੱਚ ਨਾਲ ਇੱਕ ਉਦਾਹਰਨ ਵੀ ਦਿੱਤੀ ਸੀ ਵੀ ਇੱਕ ਡੱਬਾ ਹੈ ਔਰ ਇਹਦੇ ਵਿੱਚ ਜਿਹੜੀ ਮਿਠਾਈ ਪਸੰਦ ਨਹੀਂ ਆਪਾਂ ਕੱਢ ਦਿੰਦੇ ਆ ਔਰ ਜਿਹੜੀ ਚੰਗੀ ਲੱਗੇ ਆਪਾਂ ਇਸ ਡੱਬੇ 'ਚ ਪਾ ਦਿੰਦੇ ਆ। ਕਾਨੂੰਨ ਇੱਕ ਵਿਵਸਥਾ ਹੈ, ਕਾਨੂੰਨ ਦੀ ਆਪਾਂ ਨੂੰ ਲੋੜ ਹੈ, ਪਰ ਤੁਸੀਂ ਚੰਗੀ ਪ੍ਰਪੋਜ਼ਲ ਦਿਓ ਆਪਾਂ ਉਹ ਕਾਨੂੰਨ ਦੇ ਵਿੱਚ ਪਾ ਦਿੰਦੇ ਆ। ਤਾਂ ਅਮਿਤ ਸ਼ਾਹ ਜੀ ਨੇ ਗੱਲ ਕਹੀ ਸੀਗੀ ਤਾਂ ਸਾਰਿਆਂ ਨੇ ਬਾਹਰ ਆ ਕੇ ਤਾਂ ਗੱਲ ਠੀਕ ਕਹੀ। ਤਾਂ ਹੁਣ ਕਾਨੂੰਨ ਵਾਪਸ ਕਰਾਉਣ ਦੀ ਕਿਹੜੀ ਗੱਲ ਹੈ? ਹੁਣ ਦੀ ਮੀਟਿੰਗ ਦੀ ਗੱਲ ਜਗਮੋਹਨ ਜੀ ਕਰਦੇ ਨੇ ਤਾਂ ਜੇ ਟਕੈਤ ਸਾਹਿਬ ਹੈ ਕੋਈ ਵੀ ਹੈ ਉਹ ਇੱਕ ਨਾਰਾ ਦਿੰਦੇ ਨੇ ਕਾਨੂੰਨ ਵਾਪਸੀ ਨਹੀਂ ਤਾਂ ਘਰ ਵਾਪਸੀ ਨਹੀਂ। नरेंद्र मोदी जी ने, अमित शाह जी ने हाथ जोड़ के प्रार्थना करता भी कानून वापस लेना साडे बस की गल नहीं है, साडी मजबूरी ले नहीं सकते और जो कुछ कराना चाहते हो वो करा लो। जैनी जी इस मुद्दे ते देखो किसान नेता बैठे जवाब तो उही देणगे। तुसीं टकैत दे कमेंट्स की गल कीती है, स्टेजां ते जिहड़े भाषण हुंदे आ कमेंट्स है वो ठीक है, अपना अपनी जगह ते गल हैगी है, पर जो आपां मीटिंग ते बैठदे आ तां मीटिंग दे विच कुछ होर तरह दा माहौल ਜਿਹੜਾ ਉੱਪਲ ਜੀ ਨੇ ਸਵਾਲ ਕੀਤਾ ਉਹ ਕਹਿੰਦੇ ਵੀ ਸਿਚੁਏਸ਼ਨ ਕੀ ਹੈ, ਸਰਕਾਰ ਨਾਲ ਕਿਸਾਨ ਗੱਲਬਾਤ ਕਰਨ ਲਈ ਤਿਆਰ ਹੈ। ਸਵਾਲ ਤਾਂ ਉਹ ਹੈ ਜਾਨੀ ਜੀ। ਜੀ ਸਿੱਧੂ ਸਾਹਿਬ ਇੱਕ ਨਾ ਜਿਹੜੀ ਬਿੱਲੀ ਥੈਲੇ ਜੋ ਬਾਹਰ ਆ ਗਈ, ਜਾਨੀ ਸਾਹਿਬ ਨੇ ਕਹਿਤਾ ਕਿ ਅਮਿਤ ਸ਼ਾਹ ਜੀ ਨੇ ਕਿਹਾ ਸੀ ਕਾਨੂੰਨ ਵਾਪਸ ਕਰਨੇ ਸਾਡੇ ਵੱਸ ਦੀ ਗੱਲ ਨਹੀਂ। ਪਹਿਲੀ ਗੱਲ ਤਾਂ ਅਮਿਤ ਸ਼ਾਹ ਜੀ ਨੇ ਗੱਲ ਕਹੀ ਨਹੀਂ, ਦੂਜੀ ਗੱਲ ਜੇ ਕਹੀ ਆ ਤਾਂ ਇਹਦੀ ਅਸੀਂ ਘੋਰ ਨਿੰਦਿਆ ਕਰਦੇ ਆ ਔਰ ਅਸੀਂ ਮਤਲਬ ਕੇਂਦਰ ਸਰਕਾਰ ਨੂੰ ਕਹਿੰਦੇ ਆ ਵੀ ਉਹ ਸਰਕਾਰ ਕਾਹਦੀ ਆ, ਜਿਹੜੀ ਸਰਕਾਰ ਪਾਰਲੀਮੈਂਟ ਦੇ ਵਿੱਚ ਐਬਸੋਲੂਟ ਮੈਜੋਰਟੀ ਵਾਲੀ ਆ, ਜਿਹੜੀ ਨੇ ਸਰਕਾਰ ਨੇ ਕਾਨੂੰਨ ਬਣਾਏ ਨੇ ਕਿ ਉਹ ਕਾਨੂੰਨ ਰੱਦ ਨਹੀਂ ਕਰ ਸਕਦੀ। ਜੇ ਉਹ ਰੱਦ ਨਹੀਂ ਕਰ ਸਕਦੀ ਤਾਂ ਇਹਦੇ ਪਿੱਛੇ ਕਿਸੇ ਨਾ ਕਿਸੇ ਇੰਟਰਨੈਸ਼ਨਲ ਲੌਬੀ, IMF, WTO ਜਾਂ ਕਾਰਪੋਰੇਟ ਘਰਾਣਿਆਂ ਨਾਲ ਉਹ ਐਡਾ ਵੱਡਾ ਸਮਝੌਤਾ ਹੋਇਆ ਹੈ ਜਿਹੜਾ ਕਿ ਇਸ ਕਾਨੂੰਨਾਂ ਤੋਂ ਵੀ ਉੱਪਰ ਦੀ ਆ, ਜਿਹਦੇ ਦਬਾਅ ਥੱਲੇ ਆ ਕੇਂਦਰ ਸਰਕਾਰ। ਜੇ ਉਹਨਾਂ ਨੇ ਕਹੀ ਆ, ਇਹ ਕਹਿੰਦੇ ਨੇ ਕਹੀ ਆ, ਸਾਨੂੰ ਨਹੀਂ ਪਤਾ ਕਿ ਉਹਨਾਂ ਨੇ ਕਹੀ ਵੀ ਅਸੀਂ ਕਾਨੂੰਨ ਵਾਪਸ ਲੈ ਸਕਦੇ। ਚਲੋ ਉਹਨਾਂ ਨੇ ਆਪਾਂ ਕਾਨੂੰਨ ਵਾਪਸ ਇੱਕ ਗੱਲ ਜਵਾਬ ਲੈਣਾ ਜਾਨੀ ਸਾਹਿਬ, ਮੈਂ ਜਵਾਬ ਲੈਣਾ। ਜਾਨੀ ਸਾਹਿਬ ਤੁਸੀਂ ਜੋਸ਼ ਚ ਨਾ ਇੱਕ ਗੱਲ ਜ਼ਰੂਰ ਕਰਾਈ ਸੀ ਵੀ ਕਾਨੂੰਨ ਵਾਪਸੀ ਤੋਂ ਬਿਨਾਂ ਹੋਰ ਜਿਹੜੀਆਂ ਗੱਲਾਂ ਤੁਸੀਂ ਕਰਾਉਣੀਆਂ ਦੱਸੋ ਕੀ ਕਰਾਉਣੀਆਂ ਨੇ। ਅਸੀਂ ਕਾਨੂੰਨ ਵਾਪਸ ਲੈ ਨਹੀਂ ਸਕਦੇ, ਇਹਦਾ ਮਤਲਬ ਤਾਂ ਸਰਕਾਰ ਹੈ ਹੀ ਨਹੀਂ ਜਿਹੜੀ ਕਾਨੂੰਨ ਬਣਾਉਂਦੀ ਉਹ ਵਾਪਸ ਵੀ ਰੱਦ ਵੀ ਕਰ ਸਕਦੀ ਹੈ। ਮਨਮੋਹਨ ਸਿੰਘ ਜੀ, ਮਨਮੋਹਨ ਮੇਰੀ ਗੱਲ ਸੁਣੋ, ਸਿੱਧੂ ਸਾਹਿਬ ਮੇਰੀ ਗੱਲ ਸੁਣੋ। ਉਹਦੇ ਵਿੱਚ ਇੱਕ ਗੱਲ ਹੋਰ ਕਹੀ ਸੀ ਅਮਿਤ ਸ਼ਾਹ ਜੀ ਨੇ, ਇੱਕ ਗੱਲ ਹੋਰ ਕਹੀ ਸੀ ਕਿ ਵੀ ਮੈਨੂੰ ਜਥੇਬੰਦੀਆਂ ਸਮਝਾ ਦੇਣ ਇਸ ਕਾਨੂੰਨ ਦੇ ਵਿੱਚ ਅਗਰ ਕਿਸੇ ਤਰ੍ਹਾਂ ਕਿਸਾਨ ਦਾ ਅਗਰ ਨੁਕਸਾਨ ਹੁੰਦਾ ਹੈ ਤਾਂ ਅਸੀਂ ਵਾਪਸ ਲੈ ਵੀ ਲਵਾਂਗੇ। ਆ ਵੀ ਗੱਲ ਕਹੀ ਹੈ। ਜੇ ਜਥੇਬੰਦੀਆਂ ਬਿਠਾ ਕੇ ਸਮਝਾ ਦੇਣ ਵੀ ਇਸ ਕਾਨੂੰਨ ਨਾਲ ਕਿਸਾਨ ਦਾ ਨੁਕਸਾਨ ਹੈ ਔਰ ਸਾਡੇ ਸਮਝ ਆ ਜੇ ਸਮਝਾ ਦੇਣ ਤਾਂ ਅਸੀਂ ਕਾਨੂੰਨ ਵੀ ਵਾਪਸ ਲੈ ਲਾਂਗੇ, ਇਹ ਵੀ ਗੱਲ ਕਹੀ ਹੈ। ਜਾਨੀ ਸਾਹਿਬ ਵੱਡੀ ਗੱਲ ਕਹਿ ਰਹੇ ਹੋ ਤੁਸੀਂ, ਵੱਡੀ ਗੱਲ ਕਹਿ ਰਹੇ ਹੋ, ਮੈਂ ਜਵਾਬ ਲੈਣਾ, ਵੱਡੀ ਗੱਲ ਕਹਿ ਰਹੇ ਹੋ। ਹਾਂਜੀ ਅਸੀਂ ਜੀ ਜਗਮੋਹਨ ਜੀ ਮਾਨਾ ਤੁਹਾਡੇ ਵੱਲ ਨਾ ਕੱਲ ਜਗਮੋਹਨ ਜੀ ਮੈਂ ਸਵਾਲ ਲੈਣਾ। ਮੈਂ ਇਸ ਵੇਲੇ ਪਟਿਆਲੇ ਬੈਠਾ ਪਰ ਸਾਡੇ ਬਹੁਤ ਸੀਨੀਅਰ ਲੀਡਰ ਉੱਥੇ ਨੇ, ਕੱਲ ਦਾ ਟਾਈਮ ਰੱਖ ਲੈਣ, ਸਮਝਾ ਦੇਣਗੇ ਉਹਨੂੰ ਸਾਡੇ ਬੰਦੇ, ਸਾਡੇ ਆਗੂ, ਸਾਡਾ ਆਗੂ ਟ੍ਰੇਨ। ਗੱਲ ਸੁਣੋ ਮੇਰੀ ਗੱਲ ਸੁਣੋ, ਕੱਲ ਦਾ ਵਿਸ਼ਾਲਾ ਟਾਈਮ ਰਖਾਵੋ। ਦੇਖੋ ਇਹ ਤਾਂ ਜਾਨੀ ਜੀ ਬਹੁਤ ਹੀ ਇੱਕ ਚੰਗਾ ਉਹਨਾਂ ਨੇ ਮਾਹੌਲ ਦੇ ਵਿੱਚ ਇਹ ਗੱਲ ਕੀਤੀ ਹੈ। ਆਪਾਂ ਨੂੰ ਬ੍ਰੇਕ ਲੈਣੀ ਪੈਣੀ ਹੈ। ਜਾਨੀ ਜੀ ਮੈਂ ਚੰਗਾ ਤਰੀਕੇ ਨਾਲ ਤੁਹਾਡਾ ਜਵਾਬ ਲੈਣਾ ਚਾਹਾਂਗਾ ਇਸ ਮੁੱਦੇ ਤੇ, ਕਿਉਂਕਿ ਪੰਜਾਬ ਦੇ ਬਹੁਤ ਹੀ ਵੱਡੇ ਮੁੱਦੇ ਤੇ ਆਪਾਂ ਚਰਚਾ ਕਰ ਰਹੇ ਹਾਂ। ਗੱਲ ਸਿਰਫ ਐਲੀਗੇਸ਼ਨਾਂ ਦੀ ਨਹੀਂ, ਮੁੱਦੇ ਦੇ ਹੱਲ ਬਾਰੇ ਦੋਨੇ ਤਰ੍ਹਾਂ ਗੱਲ ਕਰ ਰਹੀਆਂ। ਆਪਾਂ ਬ੍ਰੇਕ ਤੋਂ ਬਾਅਦ ਗੱਲ ਕਰਦੇ ਹਾਂ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ। ਸਾਡੇ ਨਾਲ ਭਾਜਪਾ ਦੇ ਸੀਨੀਅਰ ਨੇਤਾ ਜਾਨੀ ਜੀ, ਸੰਯੁਕਤ ਕਿਸਾਨ ਮੋਰਚੇ ਦੇ ਜਗਮੋਹਨ ਉੱਪਲ, ਬਲਦੇਵ ਭਾਈ ਉਰਪਾ, ਤਿੰਨੇ ਮਹਿਮਾਨ ਤੇ ਗੱਲ ਕਰਾਂਗੇ ਛੋਟੀ ਜਿਹੀ ਬ੍ਰੇਕ ਦੇ ਬਾਅਦ। ਨਜ਼ਰੀਆ ਦੀ ਟੀਵੀ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ। ਜਾਨੀ ਜੀ ਬ੍ਰੇਕ ਤੋਂ ਪਹਿਲਾਂ ਜਗਮੋਹਨ ਉੱਪਲ ਜੀ ਨੇ ਬਹੁਤ ਵੱਡੀ ਗੱਲ ਕਹੀ ਹੈ। ਉਹ ਕਹਿੰਦੇ ਅਸੀਂ ਤਾਂ ਸਾਨੂੰ ਸਮਾਂ ਦਿਓ, ਅਸੀਂ ਤਾਂ ਕੱਲ ਹੀ ਗੱਲ ਕਰਨ ਨੂੰ ਤਿਆਰ ਹਾਂ, ਇਸ ਮੁੱਦੇ ਤੇ ਬੈਠ ਕੇ ਗੱਲ ਹੋਵੇ ਔਰ ਉਹਦੇ ਚ ਜੋ ਨਤੀਜਾ ਨਿਕਲੇਗਾ ਬਾਅਦ ਦੀ ਗੱਲ ਹੈ। ਪਰ ਉਹਨਾਂ ਨੇ ਕਿਹਾ ਕਿ ਮੇਰੇ ਸੀਨੀਅਰ ਕਿਸਾਨ ਨੇਤਾ ਦਿੱਲੀ ਬੈਠੇ ਹੈ, ਮੈਂ ਤਾਂ ਪਟਿਆਲੇ ਆ, ਮੈਂ ਸੁਨੇਹਾ ਦੇਣ ਨੂੰ ਤਿਆਰ ਹਾਂ। ਹੁਣ ਜਿਹੜੀ ਜਿਵੇਂ ਕਹਿੰਦੇ ਗੇਂਦ ਤੁਹਾਡੇ ਪਾਲੇ ਚ ਆ ਗਈ ਹੈ। ਜਾਨੀ ਜੀ ਬਹੁਤ ਵੱਡਾ ਉਹਨਾਂ ਨੇ ਗੱਲ ਕੀਤੀ, ਆਪਾਂ ਇਸ ਮਾਮਲੇ ਤੇ ਕੋਈ ਅੱਗੇ ਵਧਿਆ ਜਾ ਸਕਦਾ। ਜੀ ਜਾਨੀ ਸਾਹਿਬ, ਗੱਲ ਹੈ ਕਿ ਪਹਿਲੀ ਗੱਲ ਇੱਕ ਚੀਜ਼ ਸਮਝਣੀ ਚਾਹੀਦੀ ਹੈ ਕਿ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਸਾਨ ਹਿਤੈਸ਼ੀ ਹੈ ਔਰ ਕਿਸਾਨਾਂ ਦੀ ਤਰੱਕੀ ਚਾਹੁੰਦਾ ਹੈ, ਦੇਸ਼ ਦੀ ਤਰੱਕੀ ਚਾਹੁੰਦਾ ਹੈ। ਵਿੱਚ ਕੋਈ ਦੋ ਰਹਿ ਨੇ, ਸਾਡੇ ਮਨਾਂ 'ਚ ਕੋਈ ਇਹ ਜਿਹਾ ਕੋਈ ਸ਼ੰਕਾ ਹੈ ਤਾਂ ਕੱਢ ਦੇਣੀ ਚਾਹੀਦੀ ਹੈ। ਤਾਂ ਇੱਕ ਗੱਲ ਤਾਂ ਅਸੀਂ ਰਾਜੇਵਾਲ ਸਾਹਿਬ ਨੂੰ ਤੇ ਬੜੀ ਵਾਰ ਅਸੀਂ ਕਿਹਾ ਸੀ ਕਿ ਇੱਕ ਵਾਰੀ ਕੱਚਾ ਖਰੜਾ ਤਿਆਰ ਕਰ ਲਓ ਅਲੱਗ ਬੈਠ ਕੇ, ਔਰ ਕੱਚਾ ਖਰੜਾ ਤਿਆਰ ਕਰਕੇ ਉਹਦੇ ਵਿੱਚ ਇੱਕ ਮਤ ਹੋ ਕੇ ਤੇ ਫਿਰ ਤੁਸੀਂ ਮੀਟਿੰਗ ਰੱਖੋ ਤਾਂ ਕਿ ਮੀਟਿੰਗ ਕਾਮਯਾਬ ਹੋ ਜੇ। ਚਲੋ ਠੀਕ ਹੈ। ਅੱਜ ਅਗਰ ਤੁਸੀਂ ਚਾਹੁੰਦੇ ਹੋ
ਤਾਂ 5 ਬੰਦੇ ਤੁਹਾਡੇ, ਕੋਈ ਆਗੂ 5 ਬੰਦੇ ਤੁਸੀਂ ਇੱਕ ਵਾਰੀ ਆਰਜੀ ਮੀਟਿੰਗ ਜਿਹਦੇ ਨਾਲ ਕੋ ਅਸੀਂ ਉਹਦੇ ਨਾਲ ਤੁਹਾਨੂੰ ਕਰਾ ਦਿੰਨੇ ਆ, ਤੋਮਰ ਸਾਹਿਬ ਨਾਲ ਕਰਾ ਦਿੰਨੇ ਆ, ਅਮਿਤ ਸ਼ਾਹ ਜੀ ਨਾਲ ਕਰਾ ਦਿੰਨੇ ਆ। ਆਪ ਦੀ ਗੱਲ ਦੇਖੋ, ਉਹਦੇ ਵਿੱਚ ਇੱਕ ਵਾਰੀ ਰਾਜਨਾਥ ਜੀ ਨਾਲ ਗੱਲ ਕਰਾਈ ਸੀ, ਰਾਜੇਵਾਲ ਸਾਹਿਬ ਦੀ ਕਰਾਈ, ਰਾਜਨਾਥ ਜੀ ਨੇ ਕਲ ਕੇ ਅੱਜ ਵੀ ਠੀਕ ਹੋ ਸਕਦਾ ਹੈ। ਸਾਨੂੰ ਕੋਈ ਚੀਜ਼ ਨਾ ਸਮਝ ਹੋਏ, ਕੋਈ ਜ਼ਰੂਰੀ ਨਹੀਂ ਕਿ ਹਰੇਕ ਇਨਸਾਨ ਹਰੇਕ ਵਕਤ ਕੋਈ ਸਮਝਦਾਰ ਹੁੰਦਾ ਹੈ। ਜਦੋਂ ਤੱਕ ਬੰਦਾ ਮਰਦਾ ਉਦੋਂ ਤੱਕ ਸਿੱਖਦਾ ਹੈ। ਹੋ ਸਕਦਾ ਹੈ ਤੁਹਾਡੇ ਕੋਲ ਅਸੀਂ ਕੁਝ ਸਿੱਖਾਂਗੇ, ਅਸੀਂ ਤੁਹਾਡੇ ਕੋਲ ਆਪਾਂ ਚਰਚਾ ਕਰੀਏ ਔਰ ਚਰਚਾ ਦੇ ਵਿੱਚ ਕੋਈ ਹੱਲ ਕੱਢੀਏ, ਤਾਂ ਕਿ ਕਿਸਾਨ ਦਾ ਭਲਾ ਸੈਂਟਰ ਸਰਕਾਰ ਚਾਹੁੰਦੀ ਹੈ ਔਰ ਕਿਸਾਨ ਜਥੇਬੰਦੀਆਂ ਵੀ ਕਿਸਾਨਾਂ ਦਾ ਭਲਾ ਚਾਹੁੰਦੀ ਹੈ। ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਅਸੀਂ ਅਗਰ ਕਹੀਏ ਵੀ ਕਿਸਾਨ ਜਥੇਬੰਦੀਆਂ ਕਿਸਾਨਾਂ ਦਾ ਭਲਾ ਨਹੀਂ ਚਾਹੁੰਦੀਆਂ, ਇਹ ਵੀ ਨਹੀਂ ਜੱਚਦੀ। ਔਰ ਸਰਕਾਰ ਦੇ ਬਾਰੇ ਸਰਕਾਰ ਦੇ ਵਿੱਚ ਕੋਈ ਰਾਜ ਤਿਲਕ ਨਹੀਂ ਹੁੰਦਾ, ਸਰਕਾਰ ਦੇ ਵੋਟਾਂ ਨਾਲ ਬਣਦੀ ਹੈ। ਤੇ ਵੋਟ ਕਿਹਦੀ ਹੈ? ਵੋਟ ਕਿਸਾਨਾਂ ਦੀ ਹੈ। ਜੇ ਅਗਰ ਕਿਸਾਨ ਖੁਸ਼ ਨਹੀਂ ਹੋਣਗੇ ਤਾਂ ਸਾਨੂੰ ਕੁਰਸੀਆਂ ਤੇ ਕਿਹਨੇ ਬਿਠਾਣਾ ਹੈ? ਤਾਂ ਇਸ ਕਰਕੇ ਸਰਕਾਰ ਚਿੰਤਾ ਕਰਦੀ ਹੈ ਔਰ ਸਰਕਾਰ ਨੇ ਬਾਰ-ਬਾਰ ਕਿਹਾ ਹੈ ਅਗਰ ਤੁਸੀਂ ਸਾਰੇ ਚਾਹੋ ਤਾਂ ਕਮੇਟੀ ਬਣਾ ਕੇ ਫੈਸਲਾ ਹੋ ਸਕਦਾ ਹੈ। 5 ਹੋ ਜਾਣ, 5 ਕੋਈ ਖੇਤੀਬਾੜੀ ਮਾਹਿਰ ਹੋ ਜਾਣ, 2 ਕੋਈ ਮਿਨਿਸਟਰ ਹੋ ਜਾਣ, ਕੋਈ ਇੱਕ ਅੱਧਾ ਕੋਈ ਮਤਲਬ ਹੈ ਕਿ ਹਾਈ ਕੋਰਟ ਦਾ ਚਲੋ ਚੇਅਰਮੈਨ ਬਣਾ ਲਓ। ਇੱਕ ਕਮੇਟੀ ਬਣਾ ਕੇ ਜੋ ਕਿਸਾਨ ਹਿੱਤ ਵਿੱਚ ਸੈਂਟਰ ਬਣਨ ਤਿਆਰ ਹੈ ਔਰ ਨਹੀਂ ਵੀ ਬਣਾਉਣਾ ਚਾਹੋ ਤਾਂ ਤੁਸੀਂ ਅਗਰ 5 ਬੰਦੇ ਬੈਠ ਕੇ ਕੋਈ ਚੀਜ਼ਾਂ ਤੁਹਾਨੂੰ ਜ਼ਿਆਦਾ, ਕਿਉਂਕਿ ਤੁਸੀਂ ਇਹ ਚੀਜ਼ ਦੇ ਸੰਘਰਸ਼ ਤੇ ਰਹੇ ਹੋ ਔਰ ਕਿਸਾਨੀ ਨਾਲ ਜੁੜੇ ਹੋਏ ਹੋ, ਤਾਂ ਤੁਸੀਂ ਵੀ ਸਮਝਾ ਸਕਦੇ ਹੋ। ਜੇ ਤੁਸੀਂ 5 ਬੰਦੇ ਬੈਠ ਕੇ ਅਮਿਤ ਸ਼ਾਹ ਜੀ ਨਾਲ, ਤੋਮਰ ਨਾਲ ਗੱਲ ਕਰੋਗੇ, ਗੱਲ ਸਮਝ ਆ ਜਾਣੀ ਹੈ। ਦੂਰ ਬੈਠੇ ਸਮਝ ਨਹੀਂ ਆਣੀ। ਦੂਰ ਬੈਠੇ ਅਸੀਂ ਲਲਕਰ ਮਾਰੀਏ ਵੀ ਕਾਨੂੰਨ ਰੱਦ ਕਰੋ, MSP ਦੀ ਗਾਰੰਟੀ ਕਰੋ। MSP ਦੀ ਗਾਰੰਟੀ ਕਰਨ ਨੂੰ ਸਰਕਾਰ ਤਿਆਰ ਹੈ, ਪਰ ਉਹਦੇ ਵਾਸਤੇ ਸਾਨੂੰ ਖਰੜਾ ਤਾਂ ਬਣਾਉਣਾ ਪਊਗਾ, ਉਹ ਯੋਜਨਾ ਤਾਂ ਬਣਾਉਣੀ ਪਊਗੀ। ਇਸ ਕਰਕੇ ਤੁਸੀਂ ਅਗਰ ਚਾਹੋ ਤਾਂ ਹੋ ਸਕਦਾ। ਦੇਖੋ ਜੈਨੀ ਸਾਹਿਬ, ਜੋ ਤੁਸੀਂ ਕਮੈਂਟ ਕਰ ਰਹੇ ਹੋ, ਵੱਡੀ ਗੱਲ ਕਹੀ ਹੈ। ਦੁਨੀਆ ਭਰ 'ਚ ਬੈਠੇ ਪੰਜਾਬੀ ਤੁਹਾਨੂੰ ਸੁਣ ਰਹੇ ਹੈ, ਇਹਦੇ ਬਾਰੇ ਕੋਈ ਦੋ ਰਾਏ ਨਹੀਂ। ਤੁਹਾਡਾ ਵੀ ਕਿਸਾਨੀ ਪਿਛੋਕੜ ਹੈ ਤੇ ਤੁਸੀਂ ਪੰਜਾਬ ਦੇ ਨੁਮਾਇੰਦੇ ਹੋ। ਜਗਮੋਹਨ ਉੱਪਲ ਨੇ ਵੀ ਤੁਹਾਡੇ ਬਾਰੇ ਬੜੇ ਸਤਿਕਾਰ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਹੈ। ਹੁਣ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਕਮੇਟੀ ਬਣਾਓ, ਕਿਸਾਨਾਂ ਦੇ ਨਾਲ ਸਰਕਾਰ ਗੱਲਬਾਤ ਕਰਨ ਦੇ ਲਈ ਤਿਆਰ ਹੈ। ਜੋ ਮੈਂ ਤੁਹਾਡੀ ਗੱਲ ਦਾ ਜਵਾਬ ਜਿਹੜਾ ਹੈਗਾ ਸਵਾਲ ਲੈ ਰਿਹਾ ਉਸੇ ਮੁੱਦੇ ਦੇ ਉੱਤੇ, ਜਾਨੀ ਜੀ ਇਸ ਗੱਲ ਦੇ ਉੱਤੇ ਹੁਣ ਆਪਾਂ ਨੂੰ ਪਹਿਰਾ ਦੇਣਾ ਹੋਏਗਾ। ਮੈਂ ਜਗਮੋਹਨ ਜੀ ਤੋਂ ਸਵਾਲ ਲੈ ਰਿਹਾ, ਜੇ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ ਤਾਂ ਜਿਹੜੇ ਦਰਸ਼ਕ ਸੁਣ ਰਹੇ ਆ ਉਹ ਚਾਹਣਗੇ, ਉਹ ਦਰਸ਼ਕ ਚਾਹਣਗੇ ਕਿ ਜਾਨੀ ਜੀ ਪਹਿਰਾ ਦੇਣਗੇ। ਜਿਵੇਂ ਸ਼ੁਰੂ 'ਚ ਜਾਨੀ ਜੀ ਨੇ ਬੜਕ ਮਾਰੀ ਸੀ ਫਾਜ਼ਿਲਕਾ ਤੋਂ, ਉਹ ਬੜਕ ਕਿਸਾਨਾਂ ਦੇ ਹੱਕ 'ਚ ਆਉਣੀ ਚਾਹੀਦੀ ਹੈ ਜੀ। ਤੇ ਮੈਂ ਤਾਂ ਕਿਸਾਨ ਆਪਾਂ ਜਵਾਬ ਲੈਣੇ, ਕਿਸਾਨਾਂ ਦੀ ਜੇਬ 'ਚ ਪੈਸਾ ਜਾਊਗਾ ਤਾਂ ਸਭ ਤੋਂ ਜ਼ਿਆਦਾ ਮੇਰੇ ਕੋਲ ਆਊਗਾ। ਆਪਾਂ ਜਵਾਬ ਲੈਣੇ ਬਿਲਕੁਲ। ਜਗਮੋਹਨ ਜੀ ਸਿੱਧੂ ਸਾਹਿਬ, ਜਾਨੀ ਸਾਹਿਬ ਨੇ ਆਪ ਹੀ ਜਵਾਬ ਦੇ ਦਿੱਤਾ ਹੈ, ਮੈਨੂੰ ਜਵਾਬ ਦੇਣ ਦੀ ਕੋਈ ਲੋੜ ਨਹੀਂ। ਦੇਖੋ, ਦੁਨੀਆ ਭਰ ਦੇ ਵੱਡੇ ਵੱਡੇ ਯੁੱਧ ਜਿਹਦੇ 'ਚ ਹਜ਼ਾਰਾਂ ਲੋਕ ਮਾਰੇ ਜਾਂਦੇ ਨੇ, ਦੇਸ਼ਾਂ ਦੇ ਦੇਸ਼, ਬੱਚੇ, ਘਰ ਤਬਾਹੀ ਹੋ ਜਾਂਦੀ ਆ। ਇਹ ਤਾਂ ਫਿਰ ਵੀ ਇੱਕ ਪੀਸਫੁਲ ਸੰਘਰਸ਼ ਆ ਔਰ ਜਮਹੂਰੀ ਢੰਗ ਨਾਲ ਸੰਘਰਸ਼ ਆ, ਔਰ ਜਿੱਥੇ ਰੋਕਿਆ ਉੱਥੇ ਰੁਕੇ ਹੋਏ ਆ। ਉਹ ਕਦੇ ਉਹਨੂੰ ਪਾਰ ਨਹੀਂ ਕੀਤਾ। ਜੇ ਪਾਰ ਕੀਤਾ ਸੀ, ਮਾੜਾ ਮੋਟਾ ਗਲਤ ਫੋਰਸ ਜਿਹੜਾ ਡੈਂਟ ਪਾਇਆ ਸੀ, ਉਹਦੇ ਤੇ ਅਫਸੋਸ ਜ਼ਾਹਰ ਵੀ ਕੀਤਾ ਔਰ ਉਹਦਾ ਸਾਨੂੰ ਕੁਝ ਘਾਟਾ ਵੀ ਕਰਨਾ ਪਿਆ, ਪਰ ਅਸੀਂ ਉਹਨੂੰ ਆਪਣੇ ਆਪ 'ਚ ਕੀਪ ਅਪ ਕਰ ਲਿਆ, ਠੀਕ ਕਰ ਲਿਆ। ਹੁਣ ਮੈਂ ਜਾਨੀ ਸਾਹਿਬ ਨੂੰ ਕਹਿੰਦਾ ਜੇ ਜਾਨੀ ਸਾਹਿਬ ਨੇ ਗੈਰ ਰਸਮੀ ਤੌਰ ਤੇ ਅਮਿਤ ਸ਼ਾਹ ਜੀ ਨਾਲ ਗੱਲਬਾਤ ਕਰਾਈ, ਵਿੱਚੋਂ ਰੈਫਰੈਂਸ ਦੇ ਕੇ, ਸਾਨੂੰ ਤਾਂ ਪਤਾ ਨਹੀਂਗਾ ਵੀ ਰਾਜੇਵਾਲ ਜੀ ਦਾ ਰਾਜਨਾਥ ਨਾਲ ਵੀ ਕਰਾਈ ਹੈ। ਜੇ ਕਈ ਇਹ ਕਹਿੰਦੇ ਨੇ ਤਾਂ ਅਸੀਂ ਸੱਚ ਮੰਨਦੇ ਵੀ ਕਰਾਈ ਹੋਊਗੀ, ਜਾਂ ਕਿਸੇ ਹੋਰ ਨਾਲ ਵੀ ਕਰਾਈ ਹੋ ਸਕਦੀ ਜਿਹਦਾ ਇੱਥੇ ਨਹੀਂ ਦੱਸਣਾ ਚਾਹੁੰਦੇ। ਹਾਂ, ਅੰਡਰ ਦਾ ਟੇਬਲ ਇਹਨਾਂ ਇਹੋ ਜਿਹੇ ਮਸਲਿਆਂ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ, ਪਰ ਇਹ ਜਿਹੜੀਆਂ ਹੁੰਦੀਆਂ ਨੇ ਇਹ ਟੈਂਟੇਟਿਵ ਪ੍ਰਪੋਜ਼ਲਾਂ ਨਾਲ ਹੁੰਦੀਆਂ ਨੇ ਤੇ ਗੈਰ ਰਸਮੀ ਹੁੰਦੀਆਂ ਨੇ। ਇਹ ਜਿਹੜੀ ਕੋਈ ਕਮੇਟੀ ਜਾਂਦੀ ਹੁੰਦੀ ਆ, ਇਹ ਕੋਈ ਉੱਥੇ ਗੁੱਠਾ ਲਾ ਕੇ ਨਹੀਂ ਆਉਂਦੀ ਤੇ ਨਾ ਹੀ ਗੁੱਠਾ ਲਵਾ ਕੇ ਸਰਕਾਰ ਤੋਂ ਲਿਆਉਂਦੀ ਹੁੰਦੀ ਆ। ਇਹ ਪ੍ਰਪੋਜ਼ਲ ਲੈ ਕੇ ਜਾਂਦੀ ਹੁੰਦੀ, ਪ੍ਰਪੋਜ਼ਲ ਲੈ ਕੇ ਆਉਂਦੀ ਹੁੰਦੀ ਆ। ਇਸ ਲਈ ਕਦੇ ਭੱਜੇ ਨਹੀਂ। ਆਪ ਹੀ ਗਿਆਨੀ ਸਾਹਿਬ ਦੱਸਣ ਇਹਨਾਂ ਕਦੋਂ ਕਿੰਨੀ ਕੁ ਵਾਰੀ ਸਾਡੇ ਸੀਨੀਅਰ ਆਗੂਆਂ ਨਾਲ ਕਰ ਲਿਆ ਵੀ ਤੁਸੀਂ 4-5 ਜਣੇ ਆਓ, ਤੁਹਾਡੇ ਨਾਲ ਗੱਲ ਕਰੋ। ਜਿਵੇਂ ਅਮਿਤ ਸ਼ਾਹ ਨਾਲ ਕਹਿੰਦੇ ਅਸੀਂ ਤਾਂ ਗੱਲ ਕਰਾਂਦੇ, ਮੈਂ ਅੱਗੋਂ ਕਹਿਤਾ ਵੀ ਕੱਲ ਨੂੰ ਕਰਾਓ ਕੱਲ ਨੂੰ ਗੱਲ, ਅਸੀਂ ਭੇਜ ਦਾਂਗੇ 5-7 ਬੰਦੇ। ਅਮਿਤ ਸ਼ਾਹ ਨਾਲ ਕੋਈ ਸਮੱਸਿਆ ਨਹੀਂ ਹੈਗੀ, ਪਰ ਸਮੱਸਿਆ ਇਸ ਗੱਲ ਦੀ ਹੈ ਵੀ ਇਹ ਟੈਲੀਵਿਜ਼ਨ ਦੀ ਡਿਸਕਸ਼ਨ ਵਾਲੇ ਮਸਲੇ ਨਹੀਂ ਗੇ, ਇਹ ਅੰਡਰ ਦੀ ਟੇਬਲ ਜੇ ਕੁਝ ਗੱਲਬਾਤ ਟੈਂਟੇਟਿਵ ਗੈਰ ਰਸਮੀ ਤੌਰ ਤੇ, ਨਾ ਹੀ ਅਸੀਂ ਰਾਈਟ ਦੇਣਾ। ਵੇਖੋ, ਸਾਡੀ 300 ਤੋਂ ਉੱਪਰ ਜਥੇਬੰਦੀ ਹੈਗੀ ਆ, 300 ਜਥੇਬੰਦੀਆਂ 5 ਬੰਦੇ ਰਾਈਟ ਨਹੀਂ ਦੇਣੀਆਂ। ਅਸੀਂ ਬਕਾਇਦਾ ਸਿਲੈਕਟ ਕਰਕੇ ਕਮੇਟੀ ਛੋਟੀ ਬਣਾਵਾਂਗੇ। ਇਹ ਤੁਹਾਡਾ ਵਾਅਦਾ ਰਿਹਾ। ਕਮੇਟੀ ਛੋਟੀ ਬਣਾਉਣ ਦੀ ਸਾਡੀ ਪ੍ਰਪੋਜ਼ਲ ਤਕਰੀਬਨ ਫਾਈਨਲ ਆ। ਜਿਹੜਾ ਤੁਹਾਡਾ ਐਲਾਂਬਾ ਵੀ ਲਾ ਦਾਂਗੇ, ਪਰਮਾਨੈਂਟ ਛੋਟੀ ਕਮੇਟੀ ਜਿਹੜੀ ਸਿਗਨੇਚਰ ਹੀ ਹੋਊਗੀ, ਜਿਹਦਾ 300 ਜਥੇਬੰਦੀਆਂ ਫੈਸਲਾ ਮੰਨਣਗੀਆਂ, ਉਸ ਵਾਲੇ ਪਾਸੇ ਨੂੰ ਵੀ ਗੱਲ ਚੱਲ ਰਹੀ ਆ। ਪਰ ਜੇ ਉਸ ਤੋਂ ਪਹਿਲਾਂ ਤੁਸੀਂ ਗੈਰ ਰਸਮੀ ਤੌਰ ਤੇ ਕੋਈ ਗੱਲ ਕਰਾ ਕੇ ਕਿਸੇ ਪਾਸੇ ਸਿਰੇ ਲਾਉਣੀ ਹੈ, ਗੱਲਾਂ ਬਹੁਤ ਵਾਰੀ ਹੁੰਦੀਆਂ ਨੇ, ਕਰਾਓ। ਤੁਸੀਂ ਕਿਉਂ ਆ ਕੇ ਫਾਜ਼ਿਲਕਾ ਬੈਠ ਕੇ ਜੇ ਬਾਬਾ ਦਿੱਲੀ ਮਿਲਦੇ ਗਲਦੇ ਰਹਿੰਦੇ ਸੀ, ਕਰੋ ਹਿੰਮਤ। ਕੰਮ ਨੂੰ ਅਸੀਂ ਆਪਾਂ ਜਵਾਬ ਲੈਣੇ
ਔਰ ਹਰ ਜੀ ਜੀ ਜਵਾਬ ਲੈਣਾ ਇੱਕ ਡੈਡ ਬੋਡੀ ਲੈ ਕੇ ਵਾਪਸ ਆ ਕੇ ਘਰ ਆ ਕੇ ਰੋ ਪਿੱਟ ਕੇ ਜਾਣਾ। ਔਰ ਕੱਲ ਨੂੰ ਫਿਰ ਮੈਂ ਭੋਗ ਤੇ ਜਾ ਰਿਹਾ ਭਵਾਨੀਗੜ੍ਹ ਦੇ ਲਾਗੇ, ਇੱਕ ਸਾਡੇ ਕਿਸਾਨ ਦੀ ਡੈਥ ਹੋਈ ਆ, ਤਾਂ ਮੈਂ ਅੱਜ ਠਹਿਰ ਗਿਆ, ਨਹੀਂ ਅੱਜ ਮੈਂ ਦਿੱਲੀ ਵਾਪਸ ਚਲੇ ਜਾਣਾ ਸੀ। ਇਸ ਤੋਂ ਬੁਰੀ ਗੱਲ ਹੋ ਨਹੀਂ ਸਕਦੀ ਜੀ। ਜਾਨੀ ਸਾਹਿਬ ਜਗਮੋਹਨ ਜੀ ਨੇ ਕਮੈਂਟ ਤੁਸੀਂ ਜਿਹੜੇ ਦਿੱਤੇ ਉਹ ਸੁਣੀ ਲਏ ਹੈ, ਪਰ ਬਹੁਤ ਵੱਡੀ ਗੱਲ ਉਹਨਾਂ ਨੇ ਵੀ ਇੱਕ ਜਾਨੀ ਜੀ ਮੈਂ ਸਿਰਫ ਜਿਹੜਾ ਹੈ ਬੀਇੰਗ ਐਂਕਰ ਜਾਂ ਬੀਇੰਗ ਜਰਨਲਿਸਟ ਕਹਿ ਲਓ, ਮੈਂ ਤੁਹਾਨੂੰ ਵੀ ਦੇਖੋ ਲੰਬੇ ਸਮੇਂ ਤੋਂ ਜਾਣਦਾ ਹੈ। ਜਗਮੋਹਨ ਜੀ ਕਿਸਾਨੀ ਸੰਘਰਸ਼ ਦੇ ਇਸ ਵੇਲੇ ਮੋਹਰੀ ਨੇਤਾ ਹੈਗੇ ਆ। ਉਹ ਇੱਕ ਗੱਲ ਕਹਿ ਰਹੇ ਹੈ, ਹੁਣ ਇਸ ਮੁੱਦੇ ਤੇ ਅੱਗੇ ਵਧਣ ਦੀ ਲੋੜ ਹੈ। ਮੈਂ ਬਿਲਕੁਲ ਇਸ ਗੱਲ ਨਾਲ ਸਹਿਮਤ ਹੋਊਂਗਾ ਕਿ ਟੀਵੀ ਦੀਆਂ ਡਿਬੇਟਾਂ ਦੇ ਬੈਠ ਕੇ ਮਸਲੇ ਦਾ ਹੱਲ ਨਹੀਂ ਨਿਕਲਦਾ, ਪਰ ਇੱਕ ਗੱਲ ਦੀ ਸ਼ੁਰੂਆਤ ਹੋਈ ਹੈ ਜਿਹੜੀ ਕਿ ਚੰਗੀ ਗੱਲ ਹੈ, ਜਿਹੜੀ ਤੁਸੀਂ ਹੁੰਗਾਰਾ ਭਰ ਰਹੇ ਹੋ। ਮੈਂ ਸਮਝਦਾ ਕਿ ਬਹਿਸ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ। ਜਾਨੀ ਜੀ ਆਪਾਂ ਫੇਰ ਵੀ ਡਿਬੇਟ ਚਾਹਾਂਗੇ, ਪੰਜਾਬੀ ਸੁਣਨਾ ਚਾਹਣਗੇ ਤੁਹਾਨੂੰ। ਜੋ ਜਗਮੋਹਨ ਜੀ ਕਹਿ ਰਹੇ ਆ ਇਸ ਗੱਲ ਨੂੰ ਅੱਗੇ ਲੈ ਕੇ ਜਾਓਗੇ ਤੁਸੀਂ, ਤਾਂ ਕਿ ਗੱਲਬਾਤ ਦੀ ਮੇਜ਼ ਤੇ ਬੈਠਿਆ ਜਾ ਸਕੇ। ਗੱਲਬਾਤ ਤਾਂ ਮੇਜ਼ ਦੀ ਟੇਬਲ ਤੇ ਹੀ ਹੋਏਗੀ। ਜੀ ਜੀ ਸਿੱਧੂ ਜੀ ਜਾਨੀ ਸਾਹਿਬ, ਸਾਹਿਬ ਮੈਂ ਮਨਮੋਹਨ ਭਰਾ ਜੀ ਨੂੰ ਇਹ ਕਹਿਣਾ ਚਾਹੁੰਦਾ ਕਿ ਜਿਹੜੀ ਰਾਜਨਾਥ ਜੀ ਨੇ ਗੱਲ ਕੀਤੀ ਰਾਜੇਵਾਲ ਸਾਹਿਬ ਨਾਲ, ਉਹ ਰਾਜੇਵਾਲ ਸਾਹਿਬ ਜਥੇਬੰਦੀਆਂ ਨੂੰ ਦੱਸ ਦੇਣ। ਜੇ ਜਥੇਬੰਦੀਆਂ ਰਾਜੇਵਾਲ ਨੂੰ ਉਲਾਮਾ ਨਾ ਦੇਣ ਵੀ ਤੁਸੀਂ ਆ ਕੀਤੀ ਕੀ, ਜੋ ਗੱਲ ਰਾਜਨਾਥ ਜੀ ਨੇ ਕਹੀ ਉਹ ਗੱਲ ਉਹਦੇ ਵਿੱਚ ਸਾਰਾ ਕੁਝ ਹੀ ਮੁੱਕਦਾ ਸੀਗਾ। ਰਾਜੇਵਾਲ ਸਾਹਿਬ ਨੇ 24 ਮਿੰਟ ਗੱਲ ਕੀਤੀ ਰਾਜਨਾਥ ਜੀ ਨਾਲ, ਉਹ ਰਾਜਨਾਥ ਜੀ ਨੇ ਇਤਨੇ ਵਿਸਤਾਰ ਨਾਲ ਗੱਲ ਕਹੀ ਸੀ। ਜੇ ਅਗਰ ਰਾਜੇਵਾਲ ਜੀ ਉਸ ਟਾਈਮ ਮੰਨ ਜਾਂਦੇ ਤਾਂ ਆਪਣੀ ਗੱਲ ਤਾਂ ਮੁੱਕੀ ਪਈ ਸੀ। ਆਪਾਂ ਤਾਂ ਰਾਜਨਾਥ ਜੀ ਵਕੀਲ ਬਣ ਜਾਣਾ ਸੀ ਤੇ ਆਪਣੇ ਆਪ ਹੀ ਆਪਣੀ ਗੱਲ ਕਰਾ ਦੇਣੀ ਸੀਗੀ। ਤੇ ਪਹਿਲੇ ਤਾਂ ਉਹਨੂੰ ਪੁੱਛੋ, ਆਪਣੇ ਰਾਜੇਵਾਲ ਸਾਹਿਬ ਨੂੰ ਪੁੱਛ ਲਓ ਕਿ ਤੁਹਾਡੇ ਨਾਲ ਕੀ ਗੱਲ ਕੀਤੀ ਸੀ, ਉਹ ਸਹੀ ਤੁਹਾਨੂੰ ਦੱਸ ਦੇਣ। ਮਨਮੋਹਨ ਸਿੰਘ ਜੀ ਮੈਨੂੰ ਕਹਿਣਗੇ ਵੀ ਗੱਲ ਤੁਸੀਂ ਠੀਕ ਕਹੀ ਸੀਗੀ। ਚਲੋ ਜੋ ਗੱਲਾਂ ਤਾਂ ਬਹੁਤ ਸਿੱਧੂ ਸਾਹਿਬ ਪੁਆਇੰਟ ਆਫ ਆਰਡਰ ਆ ਇਹ, ਜਿਹੜਾ ਮਤਲਬ ਜਾਨੀ ਸਾਹਿਬ ਪੋਲੀਟੀਸ਼ੀਅਨ ਨੇ, ਇਹ ਮਤਲਬ ਸਾਡੇ ਲੀਡਰਾਂ ਦੇ ਖਿਲਾਫ ਫਲਾਣੇ ਲੀਡਰ ਨੇ ਫਲਾਣੇ ਆਗੂ ਨਾਲ ਗੱਲ ਕੀਤੀ, ਉਹ ਆ ਕੇ ਜਥੇਬੰਦੀਆਂ ਨੂੰ ਦੱਸੀ ਨਹੀਂ। ਸਾਨੂੰ ਰੱਬ ਨਾਲੋਂ ਵੱਧ ਵਿਸ਼ਵਾਸ ਆ ਆਪਣੀ ਲੀਡਰਸ਼ਿਪ ਤੇ, ਔਰ ਸਾਡੇ ਬੱਤੀਆਂ ਦੇ ਵਿੱਚ ਕੋਈ ਵੀ ਪਹੁੰਚ ਜਾਣ। ਇੱਕ ਪਾਸੇ ਬੱਤੀ ਬੈਠੇ ਕੁਰਸੇ ਤੋਂ ਜਿਹੜੇ ਮਰਜੀ ਬਲਦੇਵ ਸਿੰਘ ਭਾਈ ਰੂਪਾ ਸਮਕਾਲੀ ਮੇਰੇ ਬਰਾਬਰ ਦਾ ਆਗੂ, ਇਹ ਮੇਰੇ ਸਾਥ ਇਹ ਚਲਾ ਜਾਵੇ, ਜਾਂ ਬੂਟਾ ਸਿੰਘ ਪੋਰਚੁਗਲ ਦੀ ਥਾਂ ਤੇ ਮੈਂ ਚਲਾ ਜਾਵਾਂ, ਜਾਂ ਰਾਜੇਵਾਲ ਸਾਹਿਬ ਦੀ ਜਗ੍ਹਾ ਤੇ ਮੈਂ ਚਲ ਜਾਵਾਂ, ਸਾਡੀ ਗੱਲ ਕੋਈ ਆਪਸੀ ਲੁਕੀ ਛਿਪੀ ਨਹੀਂ ਰਹਿੰਦੀ। ਬੜੀ ਸਪਸ਼ਟਤਾ ਰੂਪ ਚ ਇੱਕ ਵਰਡ ਦੀ ਰਿਪੋਰਟਿੰਗ ਹੁੰਦੀ ਆ, ਉਦੋਂ ਬਾਅਦ ਫੈਸਲਾ ਲਿਆ ਜਾਂਦਾ ਵੀ ਫਲਾਣਾ ਬੰਦਾ ਫਲਾਣੇ ਬੰਦੇ ਨੂੰ ਮਿਲਿਆ ਸੀ ਜਾਂ ਫਲਾਣੇ ਬੰਦੇ ਨਾਲ ਫਲਾਣੀ ਗੱਲ ਹੋਈ ਆ। ਇਹ ਮਤਲਬ ਜੇ ਰਾਜੇਵਾਲ ਸਾਹਿਬ ਸੱਚੀ ਗੱਲ ਦੱਸ ਦਿੰਦੇ, ਇਹਦਾ ਮਤਲਬ ਸਾਡੇ ਸਾਹਮਣੇ ਸਾਡੇ ਆਗੂ ਨੂੰ ਕਹਿ ਰਹੇ ਵੀ ਉਹ ਝੂਠ ਬੋਲਦਾ, ਇਹ ਅਸੀਂ ਕਦੀ ਬਰਦਾਸ਼ਤ ਨਹੀਂ ਕਰਾਂਗੇ। ਡਿਸਕਸ਼ਨ ਦੇ ਪ੍ਰੋਟੋਕਾਲ ਦੇ ਅਨੁਸਾਰ ਗਲਤ ਹੈ ਜੀ। ਜਾਨੀ ਸਾਹਿਬ ਬਹੁਤ ਵੱਡਾ ਉਹਨਾਂ ਨੇ ਬਹੁਤ ਵੱਡਾ ਆਬਜੈਕਸ਼ਨ ਜਾਨੀ ਜੀ ਮੈਂ ਸਵਾਲ ਲੈਣ ਲੱਗਿਆ। ਉਹਨਾਂ ਨੇ ਕਿਹਾ ਕਿ ਆਪਾਂ ਜਦੋਂ ਸਾਰਥਕ ਤਰੀਕੇ ਦੀ ਗੱਲ ਕਰਦੇ ਹਾਂ ਤਾਂ ਆਪਾਂ ਡਿਬੇਟ ਆਪਾਂ ਜਾਨੀ ਜੀ ਮੈਂ ਜਗਮੋਹਨ ਜੀ ਮੈਂ 24 ਘੰਟੇ 4 ਘੰਟੇ ਅਸੀਂ ਉਹਨਾਂ ਨੂੰ ਮਿਲਦੇ ਆ। ਜਗਮੋਹਨ ਜੀ ਮੈਂ ਤੁਹਾਡੇ ਵਿਚਕਾਰ ਇਸ ਮੁੱਦੇ ਤੇ ਜੀ ਆਪਾਂ ਇਸ ਮੁੱਦੇ ਤੇ ਸਾਨੂੰ ਜ਼ਰੂਰ ਦੱਸ ਦੇ। ਜਾਨੀ ਸਾਹਿਬ ਜਿੱਥੇ ਅੱਗੇ 12 ਮੀਟਿੰਗਾਂ ਹੋਈਆਂ 13 ਮੀਟਿੰਗਾਂ ਹੋਈਆਂ, ਮੈਂ ਬੀਂਗੇ ਜਰਨਲਿਸਟ ਸੇ ਕਹਾਂਗਾ ਕਿ ਰਾਜੇਵਾਲ ਨਾਲ ਮੀਟਿੰਗ ਹੋਈ ਕੀ ਨਹੀਂ ਹੋਈ। ਆਪਾਂ ਹੁਣ ਉਹਦੇ ਅਧੇੜ ਗੁਣ ਚ ਨਾ ਲੱਗੇ ਰਹੀਏ। ਤੁਸੀਂ ਬਹੁਤ ਵੱਡੀ ਗੱਲ ਕਰਦੇ ਹੋ ਕਿ ਅਸੀਂ ਭਵਿੱਖ ਦੇ ਵਿੱਚ ਕਮੇਟੀ ਬਣਾ ਲਓ, ਗੱਲ ਤਿਆਰ ਆ। ਆਪਾਂ ਉਸ ਗੱਲ ਤੇ ਵਧੀਏ। ਅੱਗੇ 12 ਮੀਟਿੰਗਾਂ ਚ ਬਹੁਤ ਕੁਝ ਹੋਇਆ ਹੋਏਗਾ, ਸਰਕਾਰ ਨੇ ਵੀ ਕਿਹਾ ਹੋਣਾ, ਕਿਸਾਨ ਆਗੂਆਂ ਨੇ ਵੀ ਕਿਹਾ ਹੋਣਾ। ਜਦੋਂ ਗੱਲਾਂ ਸਿਰੇ ਨਹੀਂ ਲੱਗੀਆਂ ਤਾਂ ਗੱਲ ਖਤਮ ਹੈ। ਹੁਣ ਆਪਾਂ ਗੱਲ ਕਰਦੇ ਹਾਂ ਅੱਗੇ ਦੀ ਗੱਲ। ਤੁਸੀਂ ਕਿਹਾ ਕਿ ਕਮੇਟੀ ਬਣ ਜੇ ਤਾਂ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਹਾਂਜੀ ਤਿਆਰ ਹੈ ਜੀ, ਕਰਾਓ ਕਮੇਟੀ ਬਣਾਓ। ਲਓ ਜੀ ਜਗਮੋਹਨ ਜੀ ਕਹਿੰਦੇ ਛੱਡੋ ਪੁਰਾਣੀਆਂ ਗੱਲਾਂ, ਉਹ ਕਹਿੰਦੇ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਬਣਾਓ ਕਮੇਟੀ। ਜਗਮੋਹਨ ਜੀ ਦਿਓ ਜਵਾਬ। ਆਪਦੇ ਜਿਹੜੇ ਉੱਪਰ ਲਿਆੜੇ ਉਹਨੂੰ ਪੁੱਛ ਲੈਣ ਚੰਗੀ ਤਰ੍ਹਾਂ। ਮੈਂ ਕਦੇ ਨਹੀਂ ਪੁੱਛਿਆ ਮਨਮੋਹਨ ਸਿੰਘ ਜੀ, ਇਹ ਤਾਂ ਜਥੇਬੰਦੀਆਂ ਇੱਕ ਦੂਸਰੇ ਨੂੰ ਪੁੱਛ ਕੇ ਕੰਮ ਕਰਦੀ ਹੈ ਵੀ ਉਹਨੂੰ ਪੁੱਛ ਲਈਏ। ਮੀਟਿੰਗ ਕਰਦੇ ਆ 10-10 ਘੰਟੇ ਮੀਟਿੰਗ ਚੱਲਦੀ ਹੈ, ਤਾਂ ਮੈਂ 1.5 ਮਹੀਨੇ ਉੱਥੇ ਰਿਹਾ। ਆਪਾਂ ਚਲੋ ਟੈਲੀਵਿਜ਼ਨ ਤੇ ਗੱਲ ਨਹੀਂ ਕਰਦੇ ਤਾਂ ਆਪਾਂ ਇਕੱਲੇ ਤੁਹਾਨੂੰ ਬੈਠ ਕੇ ਮੈਂ ਤੁਹਾਨੂੰ ਦੱਸ ਦਿਆਂਗਾ, ਤੁਹਾਨੂੰ ਜੱਜ ਜੂ ਵੀ ਇਹ ਗੱਲਾਂ ਹੋਈਆਂ। ਆਪਾਂ ਇੱਥੇ ਕਾਹਦੇ ਵਾਸਤੇ ਗੱਲ ਕਰਨੀ ਨਹੀਂ ਕਰਦੇ। ਤੁਸੀਂ ਕਮੇਟੀ ਬਣਾਓ। ਮੈਂ ਪਹਿਲੀ ਡਿਬੇਟ ਸੀ ਨਾ, ਉਦੋਂ ਮੈਂ ਕਿਹਾ ਸੀ ਵੀ ਅਗਰ ਜਥੇਬੰਦੀਆਂ ਚਾਹਣ ਮੈਂ ਜਿਹਦੇ ਨਾਲ ਕੋ ਮੈਂ ਮੀਟਿੰਗ ਕਰਾ ਦਿੰਦਾ। ਪਰ ਗੱਲ ਕੀ ਹੈ ਕਿ ਤੁਸੀਂ ਹੁਣ 5 ਬੰਦੇ ਦੇਖੋ, ਜ਼ਿਆਦਾ ਸਾਰੇ ਆਪਾਂ ਜੇ 25-30 ਆਪਾਂ ਚਲੇ ਜਾਈਏ, 25-30 ਮੀਡੀਆ ਹੁੰਦਾ, ਅਫਸਰ ਹੁੰਦੇ, ਉੱਥੇ ਜਿਹੜੀ ਏਜੰਡੇ ਤੇ ਗੱਲ ਨਹੀਂ ਜਾਂਦੀ। ਤਾਂ ਇਸ ਕਰਕੇ ਆਪਾਂ 5 ਬੰਦੇ ਤੁਹਾਡੇ ਅੱਗੇ ਕੋਈ ਵੀ ਹੋਣ,
ਤੇ ਅਮਿਤ ਸ਼ਾਹ ਨੇ ਇਹ ਵੀ ਕਹਿਤਾ ਕਿ ਮੈਨੂੰ ਕਾਨੂੰਨ ਦੱਸ ਦਿਓ, ਅਗਰ ਕਿਸਾਨ ਦਾ ਇੰਨਾ ਵੀ ਕਿੱਥੇ ਠੇਸ ਕਰਦਾ, ਨੁਕਸਾਨ ਕਰਦਾ, ਅਸੀਂ ਵਾਪਸ ਲੈ ਲਾਂਗੇ। ਸਾਨੂੰ ਕੋਈ ਹੱਕ ਨਹੀਂ ਹੈ ਵਾਪਸ ਲੈਣ ਤੇ। ਅਸੀਂ ਕਿਸਾਨ ਦਾ ਨੁਕਸਾਨ ਨਹੀਂ ਚਾਹੁੰਦੇ। ਤੁਸੀਂ 5 ਬੰਦੇ ਤਿਆਰ ਕਰੋ ਤੇ ਆਪਾਂ ਪਹਿਲਾਂ ਕੱਚਾ ਖਰੜਾ ਤਿਆਰ ਕਰਕੇ ਫਿਰ ਤੁਸੀਂ ਏਜੰਡੇ ਦੀ ਮੀਟਿੰਗ ਕਰ ਲਓ ਤੇ ਪਾਸ ਹੋ ਜਾਣੀ ਹੈ ਗੱਲ। ਜਾਨੀ ਸਾਹਿਬ, ਜਾਨੀ ਜੀ, ਮੈਂ ਜਰਨਲਿਸਟ ਹਾਂ, ਬੜੀਆਂ ਡਿਬੇਟਸ ਕਿਸਾਨਾਂ ਦੇ ਮੁੱਦੇ ਤੇ ਕਰਾਈਆਂ। ਇਹ ਪਹਿਲਾ ਮੌਕਾ ਹੈ ਕੋਈ ਸੀਨੀਅਰ ਭਾਜਪਾ ਦਾ ਕਿਸਾਨ ਨੇਤਾ ਕਹਿ ਰਿਹਾ ਕਿ ਡਿਬੇਟ ਦੇ ਵਿੱਚ ਡਿਸਕਸ਼ਨ 'ਚ ਤਿੰਨੇ ਖੇਤੀ ਕਾਨੂੰਨ ਰੱਦ ਕਰਨ ਦੀ ਗੱਲ ਆਏਗੀ। ਜੇ ਰੱਦ ਕਰਨੇ ਪਏ ਤਾਂ ਰੱਦ ਵੀ ਹੋ ਸਕਦੇ ਆ। ਚਲੋ, ਇਹ ਗੱਲ ਤਾਂ ਤੁਹਾਡੇ ਦਿਮਾਗ ਜਾਂ ਤੁਹਾਡੀ ਸੋਚ ਦੇ ਵਿੱਚ ਆ ਹੀ ਰਹੀ ਹੈ। ਬਹੁਤ ਵੱਡੀ ਗੱਲ ਕਹਿ ਰਹੇ ਹੋ। ਮੈਂ ਦੁਬਾਰਾ ਆਵਾਂਗਾ ਤੁਹਾਡੇ ਵੱਲ। ਬਲਦੇਵ ਜੀ ਕਾਫੀ ਦੇਰ ਦੇ ਇੰਤਜ਼ਾਰ ਕਰ ਰਹੇ। ਬਲਦੇਵ ਜੀ, ਤੁਸੀਂ ਵੀ ਲਗਾਤਾਰ ਕਿਸਾਨੀ ਸੰਘਰਸ਼ ਨਾਲ ਜੁੜੇ ਹੋਏ ਹੋ। ਪਤਾ ਨਹੀਂ ਕਿੰਨੇ ਮਹੀਨਿਆਂ ਤੋਂ ਟਿਕਰੀ ਬਾਰਡਰ 'ਚ ਗਰਮੀ ਦੀ ਗੱਲ ਕਰ ਲਈਏ, ਸਰਦੀ ਦੀ ਗੱਲ ਕਰ ਲਈਏ, ਉੱਥੇ ਜੁੜੇ ਹੋਏ ਹੋ। ਕਿਸਾਨ ਤਾਂ ਚਾਹੁੰਦੇ ਆ ਕਿ ਗੱਲਬਾਤ ਦਾ ਨਿਬੇੜਾ ਹੋਵੇ। ਤੁਹਾਡੀ ਕੀ ਰਾਏ ਹੈ? ਪਰ ਗੱਲਬਾਤ ਕੋਈ ਸਾਰਥਕ ਹੋਣੀ ਚਾਹੀਦੀ ਹੈ। ਜੀ ਬਲਦੇਵ ਜੀ। ਦੇਖੋ ਸਿੱਧੂ ਸਾਹਿਬ, ਸਭ ਤੋਂ ਪਹਿਲਾਂ ਤਾਂ ਇਹ ਆ, 1.5 ਮਹੀਨਾ 2 ਮਹੀਨੇ ਪਹਿਲਾਂ ਹੋ ਗਏ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਹਿ ਰਹੇ ਆ ਕਿ ਮੇਰੀ ਤੇ ਕਿਸਾਨਾਂ ਦੇ ਵਿੱਚ ਇੱਕ ਫੋਨ ਕਾਲ ਦੀ ਦੂਰੀ ਆ। ਉਹ ਹਾਲਤ ਇੱਕ ਫੋਨ ਕਾਲ ਦੀ ਦੂਰੀ ਸੀ ਜਿਹੜੀ ਉਹ ਇੱਕ ਮਤਲਬ ਸੀਨੀਅਰ ਕੁਰਸੀ ਤੇ ਬੈਠਾ ਹੋਇਆ ਬੰਦਾ ਇਹ ਕਹਿ ਰਿਹਾ ਵੀ ਫੋਨ ਕਾਲ ਦੀ ਦੂਰੀ ਆ, ਤੇ ਉਹ ਫੋਨ ਕਾਲ ਦੀ ਦੂਰੀ ਸਮਾਪਤ ਕਿਉਂ ਨਹੀਂ ਹੋਈ। ਦੂਸਰੀ ਗੱਲ ਆ ਜਿਹੜੀ ਕਿ 11 ਮੀਟਿੰਗਾਂ ਦੇ ਵਿੱਚ ਮੀਟਿੰਗਾਂ ਹੋਈਆਂ, ਅਸੀਂ ਵੀ ਸੀ, ਜਿਆਣੀ ਜੀ ਵੀ ਸੀ, ਉੱਥੇ ਕਲੌਜ ਬਾਈ ਕਲੌਜ 2 ਇਹਨਾਂ ਦੇ ਮੰਤਰੀ ਬਹਿੰਦੇ ਸੀ, ਅਫਸਰ ਬਹਿੰਦੇ ਸੀ। ਉਹਨਾਂ ਨੂੰ ਸਾਰਾ ਇੱਕ ਲਾਈਨ ਪੜ੍ਹਾ ਕੇ ਇੱਕ ਸ਼ਬਦ ਦੱਸ ਕੇ ਵੀ ਆਹ ਵੀ ਗਲਤ ਆ, ਆਹ ਵੀ ਗਲਤ ਆ, ਆਹ ਵੀ ਗਲਤ ਆ, ਸਾਰਾ ਕੁਛ ਇਹਨਾਂ ਨੂੰ ਗਲਤ ਦੱਸਤਾ। ਹੁਣ ਦੂਸਰੀ ਗੱਲ ਇਹ ਕਹਿੰਦੇ ਆ ਕਿ ਅਮਿਤ ਸ਼ਾਹ ਜੀ ਨਾਲ ਗੱਲ ਹੋਈ ਸੀ, ਅਮਿਤ ਸ਼ਾਹ ਜੀ ਨੇ ਜੇ ਉਹ ਕਹਿੰਦਾ ਇਹ ਗੱਲਾਂ ਨਹੀਂ ਹੈਗੀਆਂ। ਨਾਲ ਹੀ ਰਾਜੇਵਾਲ ਤੇ ਇਲਜ਼ਾਮ ਲਾਤਾ ਕਿ ਉਹਦੇ ਨਾਲ 24 ਮਿੰਟ ਗੱਲ ਹੋਈ ਆ। ਜੇ ਰਾਜੇਵਾਲ ਸਾਹਿਬ ਨਾਲ 24 ਮਿੰਟ ਗੱਲ ਹੋਈ ਹੁੰਦੀ ਤਾਂ ਇਹ ਇਲਜ਼ਾਮ। ਹਾਂਜੀ, ਨਹੀਂ ਫਾਇਦਾ ਇਹ ਦੇਖੋ, ਨਹੀਂ ਗਿਆਨੀ ਸਾਹਿਬ, ਇੱਕ ਇਲਜ਼ਾਮ ਨਹੀਂ ਲਾਇਆ, ਇੱਕ ਇਲਜ਼ਾਮ ਨਹੀਂ ਲਾਇਆ ਤੁਸੀਂ। ਇੱਕ ਇਲਜ਼ਾਮ ਗਿਆਨੀ ਸਾਹਿਬ ਸੁਣਨ ਦੀ ਸਮਰੱਥਾ ਰੱਖੋ। ਇੱਕ ਤੁਸੀਂ ਕਿਤੇ ਅਸੀਂ ਅੱਤਵਾਦੀ, ਕਿਤੇ ਅਸੀਂ ਵੱਖਵਾਦੀ, ਕਿਤੇ ਅਸੀਂ ਨਕਸਲੀਏ, ਤੇ ਇੱਥੋਂ ਤੱਕ ਕਿਤੇ ਅਸੀਂ ਪਾਕਿਸਤਾਨੀ, ਕਿਤੇ ਅੰਦੋਲਨ ਜੀਵੀ, ਕਿਤੇ ਪਰਜੀਵੀ। ਕੀ ਨਹੀਂ ਕਿਹਾ ਐ ਤਾਂ ਦੱਸ ਦਿਓ, ਐ ਤਾਂ ਦੱਸੋ ਨਾ ਵੀ ਕੀ ਨਹੀਂ ਕਿਹਾ ਤੁਸੀਂ ਅੱਜ ਤੱਕ ਸਾਨੂੰ। ਕਿਸਾਨਾਂ ਨੂੰ ਕੁਝ ਅੰਨ ਦੇਵਤਾ ਕਿਹਨੇ ਕਿਹਾ? ਜੇ ਇੱਕ ਮਿੰਟ ਤੇ ਗਿਆਨੀ ਸਾਹਿਬ ਗੱਲ ਸੁਣੋ, ਗੱਲ ਸੁਣੋ। ਜੇ ਤੁਸੀਂ ਦੇਸ਼ ਦੇ ਕਿਸਾਨ ਨੂੰ ਅੰਨਦਾਤਾ ਸਮਝਦੇ ਹੁੰਦੇ ਨਾ, 700 ਜਾਨ ਚਲੀ ਗਈ, 700 ਜਾਨ। ਤੇ ਤੁਹਾਡਾ ਖੇਤੀਬਾੜੀ ਮੰਤਰੀ ਤੋਮਰ ਇਹ ਗੱਲ ਕਹਿੰਦਾ ਕਿ ਸਾਡੇ ਕੋਲ ਤਾਂ ਕੋਈ ਲਿਸਟ ਨਹੀਂ ਜੀ। ਬੜੀ ਬੇਸ਼ਰਮੀ ਦੇ ਨਾਲ ਜਿਹੜਾ ਇਹ ਜਿਹਾ ਬਿਆਨ ਦਿੰਦੇ ਆ, ਇੱਕ ਕੁਰਸੀ ਤੇ ਬੈਠ ਕੇ। ਸਾਡੇ ਜਿੱਤੇ ਇੱਕ ਨਹੀਂ ਅੱਜ ਤੱਕ ਛੋਟੀ CID ਬੈਠੀ ਆ, ਤੁਹਾਡੇ ਕੋਲ ਸਭ ਬੈਠਾ। ਤੁਹਾਨੂੰ ਕੋਈ ਪਤਾ ਨਹੀਂ, ਤੁਹਾਨੂੰ ਨਹੀਂ ਪਤਾ ਤੁਹਾਡੇ ਸੈਂਟਰ ਤੇ ਇੱਕ ਵੀ ਜਿੱਥੇ ਸਟੇਟ ਸਰਕਾਰਾਂ ਕੋਲ ਨੌਲੇਜ ਹੁੰਦੀ ਇਸ ਚੀਜ਼ ਦੀ। ਸਟੇਟ ਸਰਕਾਰਾਂ ਕੋਲ ਰਿਪੋਰਟਾਂ ਵੀ ਜਾਂਦੀਆਂ, ਸਾਨੂੰ ਪਤਾ ਇਸ ਗੱਲ ਦਾ ਚੰਗੀ ਤਰ੍ਹਾਂ। ਤੁਸੀਂ ਤਾਂ ਇੱਕ ਚੀਜ਼ ਢਾਲੀ ਕਿ ਅਸੀਂ ਤਾਂ ਮੋਦੀ ਦੇ ਉੱਤੇ ਪੜੋ। ਤੁਸੀਂ ਤਾਂ ਮੋਦੀ ਨੂੰ ਇੱਕ ਦੇਸ਼ ਨਹੀਂ ਜਾਨੀ ਸਾਹਿਬ, ਸਾਡੀ BJP ਦੀ ਸਰਕਾਰ ਹੈ ਹਰਿਆਣੇ ਦੇ ਵਿੱਚ 187 ਦਾ ਹਰਿਆਣੇ ਦੇ ਵਿੱਚ ਤੁਹਾਡੀ BJP ਦੀ ਸਰਕਾਰ ਆ। ਸਾਰਿਆਂ ਦੇ ਇੱਕ ਦੇ ਪੋਸਟਮਾਰਟਮ ਹੋ ਕੇ ਪੂਰੀ ਕਾਰਵਾਈ ਹੋ ਕੇ ਗਈ ਆ। 17 ਸਾਲ ਤੋਂ ਲਾ ਕੇ 95 ਸਾਲ ਦੇ ਸਾਡੇ ਬਾਪੂਆਂ ਦੀ ਮੌਤ ਹੋ ਗਈ, ਇੱਕ ਵੀ ਹੰਝੂ ਤੁਹਾਡੇ ਕੋਲੋਂ ਨਹੀਂ ਭਰਾਇਆ ਗਿਆ। ਤੇ ਤੁਸੀਂ ਕਿੱਥੋਂ ਗੱਲ ਕਰਾ ਦਿਓਗੇ? ਸੁਣੋ, ਇੱਕ ਗੱਲ ਮੇਰੀ ਸੁਣੋ। ਤੁਸੀਂ ਇਸ ਚੀਜ਼ ਦੀ ਜਾਨੀ ਸਾਹਿਬ ਬਾਰ-ਬਾਰ ਹਮਦਰਦੀ ਦੇਖੋ, ਜਾਂ ਤਾਂ ਕੋਈ ਗੋਲੀ ਕਿੱਥੇ ਹਮਦਰਦੀ, ਲਾਠੀ ਜਾਂ ਕੋਈ ਐਜੀ ਗੱਲ ਹੋਈ ਕੋਈ? ਠੀਕ ਹੈ, ਮੋਦੀ ਸਾਹਿਬ ਕਰਨਾਲ ਦੇ ਵਿੱਚ ਕੀ ਹੋ ਕੇ ਹਟਿਆ? ਕਿ ਕੋਈ ਬਿਮਾਰ ਹੈ ਕਰਨਾਲ ਦੇ ਵਿੱਚ ਕੀ ਹੋ ਕੇ ਹਟਿਆ? ਬੱਚੇ ਇੱਥੇ ਨਾ ਰੱਖੋ। ਜਾਨੀ ਜੀ ਦੱਸੋ ਮੈਨੂੰ, ਹੱਥ ਜੋੜ ਕੇ ਕਿਹਾ ਜਾਨੀ ਸਾਹਿਬ ਪਾੜੋ ਤੇ ਰਾਜ ਕਰਨ ਵਾਲੀਆਂ ਹਜੇ ਵੀ ਚਾਲਾਂ ਚੱਲ ਰਹੇ ਹੋ। ਜਾਨੀ ਜੀ, ਜਿਹੜਾ ਬੇਭਰੋਸਗੀ ਦਾ ਮਾਹੌਲ, ਸਾਨੂੰ ਤਾਂ ਸਾਡੀ ਹਰੇਕ ਗੱਲ ਚਾਲ ਲੱਗਦੀ ਹੈ। ਹੁਣ ਕਰੀਏ ਕਰਨਾਲ ਚ ਕਿਸਾਨ ਮਾਰ ਕੇ ਉਹਨੂੰ ਪ੍ਰਮੋਸ਼ਨ ਦੇ ਕੇ ਆਈਏ। ਕਿਹਦੀ ਸਰਕਾਰ ਸੀ ਉੱਥੇ? ਸਿਰ ਪਾੜ ਤੇ ਤੁਹਾਡਾ ਅਫਸਰ, ਉੱਥੇ ਸਾਡੇ ਕਿਸਾਨਾਂ ਦੇ ਸਿਰ ਪਾੜ ਤੇ ਕਿਸਾਨ ਸ਼ਹੀਦ ਹੋ ਗਿਆ, ਖੂਨ ਡੁੱਲਿਆ। ਮੋਗੇ ਵੀ ਹੋਇਆ। ਮੋਗੇ ਦੀ ਗੱਲ ਕਿਉਂ ਨਹੀਂ ਕਰਦੇ? ਸੀ ਸਾਡੀਆਂ ਸਟੇਜਾਂ ਤੇ ਸੁਣੋ, ਸਾਡੀਆਂ ਜਿਹੜੀਆਂ ਡਿਬੇਟਾਂ ਸੁਣੋ। ਮੋਗੇ ਦੇ ਵਿੱਚ ਮੋਗੇ ਵਿੱਚ ਨੂੰ ਕਹਿੰਦੇ ਠੀਕ ਕਰਿਆ। ਉਹ ਤੁਹਾਡਾ
ਸਾਰੇ ਇੱਕ ਤੱਕੜੀ ਦੇ ਚੱਟੇ ਵੱਟੇ ਹੋ। ਉਹ ਕਿਹੜਾ ਘਾਟਾ ਕੈਪਟਨ ਤਾਂ ਉਹਨੇ ਵੀ ਸਾਡੇ ਕਿਸਾਨਾਂ ਤੇ ਸਿਰ ਪਾੜਿਆ ਤੇ ਤੁਸੀਂ ਤਾਂ ਸਾਡਾ ਕਿਸਾਨ ਵੀ ਇੱਕ ਹੋਰ ਜਾਨ ਲੈ ਲਈ। ਤੁਹਾਡੀਆਂ ਲਾਠੀਆਂ ਤੁਹਾਡਾ ਉੱਥੇ ਸੀਨੀਅਰ ਅਫਸਰ ਖੁੱਲਾ ਚੈਲੰਜ ਕਰਦਾ ਕਿ ਸਿਰ ਫੋੜ ਦਿਓ, ਲੱਤਾਂ ਤੋੜ ਦਿਓ, ਬਾਹਾਂ ਤੋੜ ਦਿਓ। ਕਿੱਥੇ ਡੈਮੋਕ੍ਰੇਸੀ ਹੈ ਇਹ? ਕਿਹੜੀ ਡੈਮੋਕ੍ਰੇਸੀ ਆ? ਜਾਨੀ ਜੀ ਇੱਕ ਸਿੱਧਾ ਸਵਾਲ ਮੈਂ ਲੈਣਾ ਚਾਹੁੰਦਾ। ਦੇਖੋ ਇਹਦੇ ਬਾਰੇ ਕੋਈ ਦੋ ਰਾਏ ਨਹੀਂ ਕਿ ਲੰਬੇ ਸਮੇਂ 'ਚ ਜਿਹੜਾ ਕਿਸਾਨੀ ਅੰਦੋਲਨ ਚੱਲ ਰਿਹਾ, ਉਹਨਾਂ ਦਾ ਕਹਿਣਾ ਕਿ 700 ਤੋਂ ਉੱਪਰ ਕਿਸਾਨਾਂ ਦੀ ਸ਼ਹਾਦਤ ਹੋਈ ਹੈ, ਜ਼ਾਤੀਆਂ ਵੀ ਹੋਈਆਂ। ਜੇ ਮੋਗੇ ਲਾਠੀਚਾਰਜ ਹੋਇਆ, ਉਹ ਕਹਿੰਦੇ ਕਿ ਮੋਗੇ ਵੀ ਬਹੁਤ ਵੱਡੀ ਮਾੜੀ ਗੱਲ ਹੋਈ ਹੈ, ਕਰਨਾਲ ਵੀ ਹੋਈ ਹੈ। ਮੈਂ ਜਿਹੜਾ ਸਵਾਲ ਲੈ ਰਿਹਾ ਜਾਨੀ ਜੋ ਹੈ ਕਿ ਜਿਹੜਾ ਅਸੀਂ ਨਿੰਦਾ ਕਰਦੇ ਹਾਂ, ਨਿੰਦਾ ਅਸੀਂ ਕੋਈ ਖੁਸ਼ੀ ਨਹੀਂ ਲੰਘਦੀਆਂ। ਉਹ ਸਾਡੇ ਜੀ ਜਾਨੀ ਜੀ ਮੈਂ ਸਾਡੇ ਹੀ ਨੇ, ਕੋਈ ਹੋਰ ਨਹੀਂ ਹੈਗੇ। ਜਾਨੀ ਸਾਹਿਬ ਇੱਕ ਸ਼ਬਦ ਕੋਈ ਉਹਨਾਂ ਦੇ ਹਮਦਰਦੀ ਦੇ ਵਿੱਚ ਕਿਤੇ ਕਿਹਾ ਹੋਵੇ? ਇੱਕ ਵੀ ਸ਼ਬਦ ਕੋਈ ਤੁਸੀਂ ਕਿਹਾ ਹੋਵੇ ਉਹਨਾਂ ਦੀ ਹਮਦਰਦੀ ਦੇ ਵਿੱਚ? ਇੱਕ ਵੀ ਸ਼ਬਦ ਜਿਹੜਾ ਮੈਂ ਓਕੇ ਬਲਦੇਵ ਤੁਹਾਡੀ ਗੱਲ ਆ ਗਈ। ਜਾਨੀ ਜੀ ਸਮਾਂ ਵੀ ਨਹੀਂ ਹੈ, ਪਰ ਮੈਂ ਇੱਕ ਗੱਲ ਦਾ ਜਵਾਬ ਲੈਣਾ ਚਾਹੁੰਦਾ ਸੰਖੇਪ ਦੇ ਵਿੱਚ ਜਾਨੀ ਜੀ ਤੁਹਾਡੇ ਕੋਲੋਂ ਕਿ ਇਹਦੇ ਬਾਰੇ ਤਾਂ ਤੁਸੀਂ ਜੋ ਪਹਿਲਾਂ ਵੀ ਗੱਲਾਂ ਹੋਈਆਂ ਉਸੇ ਗੱਲ ਦੀ ਲੜੀ 'ਚ ਹੀ ਮੈਂ ਗੱਲ ਕਰ ਰਿਹਾ ਕਿ ਇੱਕ ਬੇਭਰੋਸਗੀ ਦਾ ਮਾਹੌਲ ਤਾਂ ਪੈਦਾ ਹੋਇਆ ਹੀ ਹੈ ਲਗਾਤਾਰ, ਜਿਹਦੇ 'ਚ ਸਾਰੀਆਂ ਇਦਾਂ ਦੀਆਂ ਗੱਲਾਂ ਜ਼ਾਤੀਆਂ ਦੀਆਂ ਦੂਜੀਆਂ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ। ਉਹ ਬੇਭਰੋਸਗੀ ਦਾ ਮਾਹੌਲ ਪਹਿਲ ਕਦਮੀ ਸਰਕਾਰ ਦੀ ਬਣਦੀ ਹੈ ਤੋੜਨ ਦੀ। ਬਾਕੀ ਤਾਂ ਆਪਾਂ ਐਲੀਗੇਸ਼ਨ ਜਿੰਨੇ ਮਰਜ਼ੀ ਲਾਈ ਜਾਈਏ, ਚਾਹੇ 10 ਡਿਬੇਟਾਂ ਕਰ ਲਈਏ, ਮੈਂ ਪਹਿਲਾਂ ਵੀ ਕਰਦਾ ਆ ਰਿਹਾ, ਇਹਦਾ ਕੋਈ ਐਂਡ ਨਹੀਂ। ਬੇਭਰੋਸਗੀ ਦਾ ਮਾਹੌਲ ਤਾਂ ਹੈ ਜਿਹੜਾ ਸਰਕਾਰ ਨੂੰ ਤੋੜਨ ਦੀ ਲੋੜ ਹੈ। ਜਾਨੀ ਜੀ ਸਰਕਾਰ ਤਿਆਰ ਹੈ ਜੀ, ਕਮੇਟੀ ਬਣਾਓ, ਗੱਲ ਕਰੋ, ਕੱਚਾ ਖਰੜਾ ਤਿਆਰ ਕਰੋ, ਜੋ ਕਿਸਾਨ ਹਿੱਤ ਵਿੱਚ ਚਾਹੁੰਦੇ ਉਹ ਬਣਾ ਲਓ, ਸਰਕਾਰ ਤਿਆਰ ਹੈ। ਓਕੇ ਗੱਲ ਹੈ ਨਾ ਜੀ, ਆਪਾਂ ਜਿਹੜੀ ਹੈ ਨਾ ਜੀ, ਇਹ ਜਿਵੇਂ ਹੈਲੋ ਹਾਂਜੀ ਬੋਲੋ ਜਾਨੀ ਸਾਹਿਬ। ਗੱਲ ਕੀ ਹੈ ਕਿ ਜੀ ਵਿਸ਼ਵਾਸ ਤਾਂ ਆਪਾਂ ਨੂੰ ਬਣਾਉਣਾ ਪਊਗਾ। ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ। ਅਸੀਂ ਮੀਟਿੰਗ ਰਖਾਈ ਸੀ ਅਮਿਤ ਸ਼ਾਹ ਜੀ ਦੇ ਕੋਲ, ਘਰੇ ਰਖਾਤੀ। ਅਸੀਂ ਕਿਹਾ ਜੀ ਚਲੋ ਤੁਹਾਡੇ ਘਰੇ ਆ ਜਾਣੇ, ਘਰੇ ਮੀਟਿੰਗ ਰੱਖ ਲਓ। ਔਰ ਐਨ ਮੌਕੇ ਤੇ ਜਥੇਬੰਦੀਆਂ ਕਹਿੰਦੀ ਅਸੀਂ ਤਾਂ ਅਮਿਤ ਸ਼ਾਹ ਦੇ ਘਰੇ ਨਹੀਂ ਜਾਂਦੇ। ਫਿਰ ਖੜੇ ਪਗ ਮੀਟਿੰਗ ਕਿਤੇ ਹੋਰ ਰੱਖੀ। ਸ਼ਾਹ ਦੀ ਘਰ ਕੋ ਅਮਿਤ ਸ਼ਾਹ ਤਾਂ ਥੋੜੀ ਹੈ, ਸਾਡੇ ਹੋਮ ਮਿਨਿਸਟਰ ਦਾ ਘਰ ਹੈ। ਤਾਂ ਉੱਥੇ ਜਾਣ ਤੋਂ ਮਤਲਬ ਇੰਨੀ ਨਫ਼ਰਤ ਜਿਹੜੀ ਹੈ ਚੰਗੀ ਨਹੀਂ ਹੁੰਦੀ। ਔਰ ਜਿਸ ਤਰ੍ਹਾਂ ਮੋਦੀ ਸਾਹਿਬ ਦੇ ਪੁਤਲੇ ਫੂਕੇ, ਗਾਲਾਂ ਕੱਢੀ ਜਾ ਰਹੀ ਹੈ, ਹਰੇਕ ਮੀਟਿੰਗ ਦੇ ਏਜੰਡਾ ਲਿਖਿਆ ਜਾਂਦਾ ਹੈ। ਉਹ ਜਿਹੜਾ ਮਾਹੌਲ ਬਲਦੇਵ ਜੀ ਕਹਿੰਦੇ ਸੀ, ਸੁਣੋ ਮੇਰੀ ਸੁਣ ਲਓ ਪਹਿਲਾਂ। ਬਲਦੇਵ ਜੀ ਕਹਿੰਦੇ ਜੀ ਅਮਨ ਸ਼ਾਂਤੀ, ਉਹ ਅਸੀਂ ਤਾਂ ਪੁਤਲੇ ਫੂਕੇ, ਤੁਸੀਂ ਬੰਦੇ ਮਾਰਤੇ। ਕਿੱਥੇ ਮਾਰਤੇ ਬੰਦੇ? ਕਿਹੜੇ ਬੰਦੇ ਮਾਰੇ ਗੁਰੂ ਜੀ? ਕਿਹੜੇ ਬੰਦੇ 700 ਬੰਦਾ ਕਿਹਨੇ ਮਾਰਤਾ? ਪੁਲਿਸ ਕੁੱਟੀ। ਇਹ ਤਾਂ ਮੋਦੀ ਸਾਹਿਬ ਦਾ ਸ਼ੁਕਰੀਆ ਕਰੋ, ਧੰਨਵਾਦ ਕਰੋ ਦਿੱਲੀ ਪੁਲਿਸ ਦਾ। 26 ਤਾਰੀਖ ਨੂੰ ਪਤਾ ਨਹੀਂ ਕੀ ਹੋ ਜਾਣਾ ਸੀ, ਉਹ ਤਾਂ ਧੰਨਵਾਦ ਕਰੋ ਮੋਦੀ ਦਾ, ਜਿਨੇ ਆਪਾਂ 26 ਤੇ ਬਹੁਤ ਕਰਾਉਣ ਨੂੰ ਫਿਰਦੇ ਸੀ ਤੁਸੀਂ। ਜਾਨੀ ਸਾਹਿਬ 26 ਨੂੰ ਆਪਾਂ ਨਾ ਛੱਡੋ, 26 ਤੇ ਮੁੱਦੇ ਤੇ ਆਓ, ਮੁੱਦੇ ਤੇ। ਜਾਨੀ ਸਾਹਿਬ ਤੁਸੀਂ ਜਾਨੀ ਜੀ ਤੁਸੀਂ ਸਿਆਣੇ ਹੋ, ਤੁਸੀਂ ਕਹਿੰਦੇ ਹੋ ਮੈਂ ਭਟਕਦਾ। ਓਕੇ ਮੈਨੂੰ ਭੜਕੀ ਦਾ ਜਾਨੇ ਹੋਰ ਕੀ ਹੈ, ਸੁਣਨ ਦੀ ਸਮਰੱਥਾ ਰੱਖਿਆ ਕਰੋ। ਜਾਨੀ ਜੀ ਤੁਹਾਡੀ ਗੱਲ ਆ ਗਈ ਹੈ, ਆਪਾਂ ਜਗਮੋਹਨ ਜੀ ਤੋਂ ਜਵਾਬ ਲੈਣੇ ਆ। ਜਾਨੀ ਤੁਹਾਡਾ ਜਵਾਬ ਆ ਗਿਆ। ਜਗਮੋਹਨ ਜੀ ਲਾਸਟ ਕਮੈਂਟ ਤੁਹਾਡੇ ਇਸ ਮੁੱਦੇ ਤੇ, ਜੋ ਜਾਨੀ ਜੀ ਨੇ ਕਿਹਾ ਕਿ ਅਸੀਂ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ, ਤੁਸੀਂ ਕਮੇਟੀ ਬਣਾਓ। ਜਿਹੜੀਆਂ ਜ਼ਾਤੀਆਂ ਜਿਹੜਾ ਮਾਹੌਲ ਜਿਹੜਾ ਪਿਛੋਕੜ ਹੈ ਉਹ ਸਾਡੇ ਸਾਰਿਆਂ ਦੇ ਸਾਹਮਣੇ ਹੈ, ਪਰ ਜਾਨੀ ਜੀ ਕਹਿ ਰਿਹਾ ਹੈ ਕਿ ਵੀ ਕਮੇਟੀ ਬਣਾਏ, ਕਿਸਾਨ ਜਿਹੜੀ ਹੈਗੀ ਹੈ ਉਸ ਮੁੱਦੇ ਤੇ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਲਾਸਟ ਕਮੈਂਟ ਤੁਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਨੇਤਾਓਂ ਤੁਹਾਡੇ ਕੋਲ ਮੈਂ ਚਾਹਾਂਗਾ ਜੀ। ਜਗਮੋਹਨ ਜੀ ਪਹਿਲੇ ਇੱਕ ਛੋਟੀ ਜਿਹੀ ਗੱਲ ਕਰਨੀ ਹੈ ਨਾ, ਪੁਤਲੇ ਫੂਕਣ ਦੀ ਗੱਲ ਹੈ। ਇਹ ਬੀਜੇਪੀ ਨੂੰ ਮੈਂ ਦੱਸ ਦਵਾਂ ਕਿ ਮੈਂ 76 ਦੇ ਵਿੱਚ ਕਾਲਜ ਦਾ ਸਟੂਡੈਂਟ ਸੀ ਤੇ ਬੀਜੇਪੀ ਵਾਲਿਆਂ ਦੇ ਨਾਲ ਰਲ ਕੇ ਅਸੀਂ ਇੰਦਰਾ ਗਾਂਧੀ ਦੇ ਪੁਤਲੇ ਸਾੜਿਆ। ਇੱਕ ਬੜਿਓ ਅਸੀਂ ਇੰਦਰਾ ਗਾਂਧੀ ਦੀਆਂ ਲੱਤਾਂ ਫੜਦੇ ਸੀ, ਸਿਰ ਵਾਲੇ ਪਾਸੇ ਬੀਜੇਪੀ ਵਾਲੇ ਅੱਗ ਲਾਉਂਦੇ ਸੀ। ਇਸ ਲਈ ਇਹ ਜਾਨੀ ਨੂੰ ਪਤਾ ਹੈ, ਇਹ ਜਾਨੀ ਜੀ ਤੁਹਾਨੂੰ ਵੀ ਪਤਾ ਹੈ। ਫਾਇਦਾ ਕੀਤਾ, ਫਾਇਦਾ ਆਪਾਂ ਇਸ ਗੱਲ ਤੇ ਨਾ ਪਾਓ, ਇਸ ਗੱਲ ਤੇ ਨਾ ਪਾਓ ਜਾਨੀ ਜੀ। ਮੋਦੀ ਨੇ ਰਾਜੇਸ਼ੀ ਮੁਕੱਦਮ ਕੁੱਤੇ ਸਾਡੇ ਗੁਰੂ ਵੀ ਕਹਿ ਗਏ ਨੇ। ਇਸ ਲਈ ਤੁਸੀਂ ਇਸ ਗੱਲ 'ਚ ਨਾ ਜਾਓ, ਬੜੀ ਲੰਬੀ ਡਿਬੇਟ ਹੈ। ਹੁਣ ਗੱਲ ਆਈ ਹੈ ਜੀ, ਜਿੱਥੋਂ ਆਪਾਂ ਸ਼ੁਰੂ ਕੀਤੀ ਸੀ ਉਹ ਕਾਫੀ ਪਿੱਛੇ ਰਹਿ ਗਈ, ਗੱਲਾਂ ਹੋਰ ਪਾਸੇ ਚਲੇ ਗਿਆ। ਕਿਉਂਕਿ ਜਿਹੜੀ ਸਾਡੀ ਮਹਾ ਰੈਲੀ ਹੋਈ ਆ, ਮਹਾ ਰੈਲੀ ਦੇ ਵਿੱਚ ਇੱਕ ਮੈਂ ਤੁਹਾਡੇ ਰਾਹੀਂ ਖਾਸ ਤੌਰ ਤੇ ਜਾਨੀ ਸਾਹਿਬ ਵੀ ਮੇਰੇ ਨਾਲ ਸਹਿਮਤ ਹੋਣਗੇ ਕਿ ਹੁਣ ਮੈਂ ਰਾਤ ਦਾ ਦੇਖ ਰਿਹਾ ਸੀ, ਸਵੇਰ ਦਾ, ਇਹਨਾਂ ਦੇ ਮੋਸਟ ਪ੍ਰੋਬਲੀ, ਮੈਂ ਇਹਨਾਂ ਤੇ ਕੋਈ ਬਲੇਮ ਨਹੀਂ ਲਾਉਂਦਾ, ਇਹਨਾਂ ਦੇ ਕਿਸੇ ਨਜ਼ਦੀਕੀ ਜਾਂ ਇਹਨਾਂ ਦੇ ਮੀਡੀਆ ਸੈੱਲ ਵੱਲੋਂ
ਉੱਥੇ ਮਤਲਬ ਜਿਹੜੇ ਸਾਡੇ ਟਕੈਤ ਸਾਹਿਬ ਨੇ ਭਾਸ਼ਣ ਕਰਦਿਆਂ ਹੋਇਆ ਅੱਲਾਹੂ ਅਕਬਰ ਕਿਹਾ। ਅੱਲਾਹੂ ਅਕਬਰ ਜਦੋਂ ਕਿਹਾ, ਉਹਨੇ ਇੱਕ ਸੰਦਰਭ ਚ ਕਿਹਾ ਇਹ ਬੀਜੇਪੀ ਤੋੜਦੀ ਆ, ਅਸੀਂ ਜੋੜਦਾ ਹੈ। ਇੱਥੇ ਮਤਲਬ ਰਾਮ ਦਾ ਨਾਮ ਵੀ ਲਿਆ ਜਾਏਗਾ, ਅੱਲਾਹੂ ਅਕਬਰ ਦਾ ਵੀ ਨਾਮ ਲਿਆ ਜਾਏਗਾ, ਅੱਲਾਹੂ ਅਕਬਰ ਵੀ ਕਿਹਾ ਜਾਵੇਗਾ। ਇਹ ਮੈਂ ਸਾਰਾ ਬਿਲਕੁਲ ਅੱਖੀ ਡਿੱਠਾ, ਜਿਹੜੀ ਮੈਂ ਆਪ ਦੇਖ ਰਿਹਾ ਜਦੋਂ ਬੋਲ ਰਿਹਾ। ਉਦੋਂ ਬਾਅਦ ਜੋਗਿੰਦਰ ਯਾਦਵ ਜੀ ਵੀ ਇਸ ਇਸ਼ੂ ਤੇ ਬੋਲੇ ਵੀ ਅਸੀਂ ਜੋੜਨਾ, ਇਹ ਤੋੜਦੇ ਆ। ਚਲੋ ਇਹ ਸਿਆਸਤ ਅਲੱਗ-ਅਲੱਗ ਇੱਕ ਦੂਜੇ ਦਾ ਕ੍ਰਿਟਿਸਿਜ਼ਮ ਹੁੰਦਾ, ਪਰ ਉਹਨੂੰ ਸਾਰੀ ਨੂੰ ਉਹ ਸਾਰੇ ਮਤਲਬ ਜਿਹੜੀ ਹੈਗੀ ਸੀ ਵੀਡੀਓ ਉਹਨੂੰ ਵਾਇਰਲ ਕਰਕੇ ਵਿੱਚੋਂ ਸਿਰਫ ਅੱਲਾਹੂ ਅਕਬਰ, ਜਿਹਦੇ ਨਾਲ ਦੋ ਮੁਸਲਮਾਨ ਵੀ ਜਦੋਂ ਅੱਲਾਹੂ ਅਕਬਰ ਕਹਿਣਗੇ ਤਾਂ ਮੁਸਲਮਾਨ ਜਿਹੜੇ ਨੇੜੇ ਤੇੜੇ ਆਗੂ ਬੈਠੇ ਹੋਣਗੇ, ਉਹ ਤੁਸੀਂ ਬਲਦੇਵ ਸਿੰਘ ਤੋਂ ਸੁਣ ਹੀ ਲਿਆ ਵੀ ਮੁਸਲਮਾਨ ਕਿਵੇਂ ਜੱਫੀਆਂ ਪਾ ਕੇ ਰੋ ਕੇ ਸਾਨੂੰ ਮਿਲਦੇ ਰਹੇ ਵੀ ਸਾਡੇ ਭਰਾਵਾਂ ਦਾ ਮਿਲਣੀ ਹੋਈ ਹੈ ਜਾਂ ਸਾਰਾ ਕੁਝ ਹੋਇਆ। ਉਹ ਮਤਲਬ ਇੱਕ ਸੈਕੂਲਰ ਰੈਲੀ ਸੀ, ਉਹਦਾ ਇੱਕ ਸੈਕੂਲਰ ਛਾਪ ਛੱਡ ਕੇ ਗਈ ਆ। ਔਰ ਹੁਣ ਵਾਇਰਲ ਹੋ ਰਿਹਾ ਜਿਹੜਾ ਇਹਦੀ ਨਿਖੇਧੀ ਕਰਦੇ ਹਾਂ ਅਸੀਂ ਆਪਦੀ ਜਥੇਬੰਦੀ ਵੱਲੋਂ, ਸੰਯੁਕਤ ਮੋਰਚੇ ਵੱਲੋਂ, ਔਰ ਆਪਾਂ ਨੂੰ ਅੱਜ ਪੈਨਲ ਨੂੰ ਵੀ ਨਿਖੇਧੀ ਕਰਨੀ ਚਾਹੀਦੀ ਹੈ ਵੀ ਕਿਸੇ ਵੀ ਤਰ੍ਹਾਂ ਸੰਯੁਕਤ ਮੋਰਚੇ ਦਾ ਜਿਹੜੀ ਆਪਾਂ ਉਹਨਾਂ ਦਾ ਸਤਿਕਾਰਯੋਗ ਵੱਡੇ ਆਗੂਆਂ ਦਾ ਨਾਂ ਵੀ ਲਈਏ ਵੀ ਖਾਸ ਤੌਰ ਤੇ ਕੋਈ ਵੀ ਆਗੂ ਕਮਿਊਨਲ ਲੀਗਾ ਸੈਕੂਲਰ ਆ। ਜੇ ਕਮਿਊਨਲ ਹੁੰਦਾ ਤਾਂ 26 ਜਨਵਰੀ ਨੂੰ ਪਤਾ ਨਹੀਂ ਕੀ ਨਾ ਕੀ ਹੋ ਜਾਂਦਾ। ਦੂਜੀ ਗੱਲ ਰਹੀ ਸਾਡੀ 26 ਜਨਵਰੀ ਦੀ ਮਹਾਂ ਰੈਲੀ ਨੇ ਦੋ ਗੱਲਾਂ ਕਹੀਆਂ ਨੇ। ਇੱਕ ਤਾਂ ਗੱਲ ਕਹੀ ਹੈ ਵੀ ਸਾਡੀਆਂ ਜ਼ਿਆਦਾ ਤਿੰਨੇ ਕਾਨੂੰਨ ਰੱਦ ਕਰ ਦਿਓ, MSP ਦੀ ਕਮੇਟੀ ਬਣਾ ਦਿਓ, ਨਹੀਂ ਤਾਂ ਦੇਸ਼ ਵਿਆਪੀ ਬਣ ਜਾਊਗਾ। ਔਰ ਦੇਸ਼ ਵਿਆਪੀ ਬਣ ਗਿਆ ਔਰ ਬਣਦਾ ਜਾਣਾ ਹੈ। ਅਸੀਂ 18 ਥਾਵਾਂ ਤੇ ਤਾਂ ਡਿਕਲੇਅਰ ਕਰਤੇ, 18 ਮੰਡਲ ਸਾਡੇ ਲਖਨਊ ਦੇ ਵਿੱਚ ਰੈਲੀਆਂ ਹੋਣਗੀਆਂ, ਯੂਪੀ 'ਚ 18 ਹੋਣਗੀਆਂ। ਉਹ ਸਾਡਾ ਹੈਗਾ ਜਿਹੜੀ ਵੋਟ ਦੇ ਨਾਲ ਚੋਟ ਲਾਉਣੀ ਆ। ਉਹ ਵੀ ਜਿਹੜੀ ਰੂਲਿੰਗ ਪਾਰਟੀ ਸਾਡੀ ਗੱਲ ਨਹੀਂ ਮਾਰ ਰਹੀ, ਉਹਨੂੰ ਅਸੀਂ ਫਿਰ ਕਦੇ ਵੋਟ ਨਹੀਂ ਪੈਣ ਦੇਣੀ ਵੀ ਉਹਨੂੰ ਵੋਟ ਪੈ ਕੇ ਉਹ ਜਿੱਤ ਜੇ। ਇਹਦੇ ਤੇ ਜਾਨੀ ਵੱਖਰਾ ਆਖਰੀ ਕਮੈਂਟ ਜੋ ਜਾਨੀ ਉਹਨਾਂ ਨੇ ਕਿਹਾ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਕਮੇਟੀ ਬਣਾਓ। ਦੇਖੋ ਇਹਨਾਂ ਨੇ ਦੋ ਤਿੰਨ ਗੱਲਾਂ ਨੂੰ ਰਲਗੱਡ ਕਰਤਾ। ਜਦੋਂ ਵੀ ਖਰੜਾ ਤਿਆਰ ਕਰ ਲਓ, ਜਦੋਂ ਖਰੜੇ ਤਿਆਰ ਹੁੰਦੇ ਨੇ ਅੰਡਰ ਦੀ ਟੇਬਲ। ਇਹ ਜਦੋਂ ਮਰਜੀ ਜਿਵੇਂ ਮਰਜੀ, ਇਹਨਾਂ ਨੇ ਪਹਿਲਾਂ ਵੀ ਕੁਝ ਕੋਸ਼ਿਸ਼ਾਂ ਕੀਤੀਆਂ ਨੇ, ਗਾਂ ਵੀ ਕੋਸ਼ਿਸ਼ਾਂ ਕਰ ਲੈਣ। ਜੇ ਇਹਨਾਂ ਨੇ ਕਹਿਣਾ ਅੱਜ ਮਤਲਬ ਅੱਜ ਹੀ ਹੁਣੀ 20 ਮਿੰਟ ਦੇ ਵਿੱਚ ਈਮੇਲ, ਮੈਂ ਆਪਦੀ ਈਮੇਲ ਲਿਖਾਉਂਦਾ, ਈਮੇਲ ਦੇ ਉੱਤੇ ਸੱਦਾ ਦੇ ਦੇਣ ਮੈਨੂੰ ਵੀ ਅਮਿਤ ਸ਼ਾਹ ਇੰਨੀ ਤਰੀਕ ਨੂੰ ਮਿਲਣਾ ਚਾਹੁੰਦਾ, ਉਹ ਅਫੀਸ਼ੀਅਲੀ ਇਸ ਦਾ ਦੇਣ। ਗੈਰ ਇੰਤਜ਼ਾਰ ਰੱਖਾਂਗੇ ਜੀ ਬਿਲਕੁਲ, ਸਾਨੂੰ ਇੰਤਜ਼ਾਰ ਰਹੇਗਾ। ਬਹੁਤ ਬਹੁਤ ਮਿਹਰਬਾਨੀ ਬਲਦੇਵ ਜੀ, ਜਗਮੋਹਨ ਜੀ, ਜਾਨੀ ਸਾਹਿਬ, ਤਿੰਨਾਂ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਇਹ ਗੱਲ ਕਹਿਣੀ ਪਏਗੀ ਕਿ ਜਿਹੜੀ ਬਹਿਸ ਹੈ ਉਹਦੇ 'ਚ ਪੱਖ ਤਾਂ ਆਪੋ ਆਪਣੇ ਹੁੰਦੇ ਆ, ਪਰ ਕਿਸਾਨੀ ਮੁੱਦੇ ਤੇ ਬਹੁਤ ਸਾਰਥਕ ਬਹਿਸ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਗੱਲਬਾਤ ਲਈ ਸੱਦਾ ਆਏਗਾ ਤਾਂ ਅਸੀਂ ਤਿਆਰ ਹਾਂ। ਜਾਨੀ ਜੀ ਨੇ ਇਹ ਗੱਲ ਇੱਕ ਵਾਰ ਨਹੀਂ ਡਿਬੇਟ 'ਚ ਕਈ ਵਾਰ ਕਹੀ ਹੈ, ਜਿਹੜੇ ਭਾਜਪਾ ਦੇ ਸੀਨੀਅਰ ਆਗੂ ਹੈ, ਕਿ ਸਰਕਾਰ ਗੱਲਬਾਤ ਕਰਨ ਲਈ ਤਿਆਰ ਹੈ। ਜੇ ਜ਼ਰੂਰਤ ਪਏਗੀ ਤਾਂ ਤਿੰਨੇ ਖੇਤੀ ਕਾਨੂੰਨ ਰੱਦ ਵੀ ਹੋ ਸਕਦੇ ਹੈ। ਬਹੁਤ ਵੱਡਾ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਜਿਹੜਾ ਹੈਗਾ ਕਮੈਂਟ ਕੀਤਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ 'ਚ ਇਹਦੇ ਤੇ ਕੋਈ ਇਹ ਗੱਲ ਸਿਰਫ ਚੈਨਲ ਦੀ ਬਹਿਸ ਬਣ ਕੇ ਸਿਮਟ ਕੇ ਨਹੀਂ ਰਹਿ ਜਾਏਗੀ, ਕੋਈ ਸਾਰਥਕ ਹੱਲ ਸਾਹਮਣੇ ਆਏਗਾ। ਤੇ ਜਾਨੀ ਜੀ ਨੂੰ, ਆਪਣੇ ਮਹਿਮਾਨਾਂ ਨੂੰ ਅਸੀਂ ਫਿਰ ਵੀ ਬੇਨਤੀ ਕਰਕੇ ਇਹਨਾਂ ਮੁੱਦਿਆਂ ਤੇ ਆਪਣੇ ਚੈਨਲ ਤੇ ਬੁਲਾਵਾਂਗੇ। ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਤਿੰਨੇ ਮਹਿਮਾਨਾਂ ਦਾ ਧੰਨਵਾਦ। ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।